ਨਾ ਬੇਸਿਕਲੀ ਜਦੋਂ ਤੁਹਾਡਾ ਕਬੂਤਰ ਰੁਕ ਜਾਂਦਾ ਨਾ ਤੇ ਇਹਦਾ ਮਤਲਬ ਹੈ ਉਹਦੇ ਕੋਈ ਕੋੜ ਆ ਗਈ ਹੈ। ਜੀ ਸਰ। ਹਮੇਸ਼ਾ ਕਬੂਤਰ ਜਦੋਂ ਗਲਤ ਹੁੰਦਾ ਨਾ ਉਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੋਈ ਕਬੂਤਰ ਦੇ ਨਾਲ ਇਹੋ ਜਿਹਾ ਅਮਲ ਕੀਤਾ ਜਿਹਦੇ ਨਾਲ ਉਹ ਆਪਣੀ ਪ੍ਰਵਾਸ ਤੋੜ ਗਿਆ ਸਹੀ ਜਾਂ ਕੋੜ ਆ ਗਈ ਹੈ। ਮੈਨੂੰ ਇੱਕ ਦੱਸੋ, ਇੱਕ ਕਬੂਤਰਬਾਜ਼ੀ ਕਰਨ ਵਾਸਤੇ ਸਭ ਤੋਂ ਬਿਹਤਰ ਪਹਿਲੀ ਚੀਜ਼ ਹੈਗੀ ਉਹ ਕਬੂਤਰ ਨੂੰ ਸਮਝਣਾ। ਜਿਸ ਇਨਸਾਨ ਨੂੰ ਕਬੂਤਰ ਨੂੰ ਸਮਝਣਾ ਨਹੀਂ ਆਉਂਦਾ ਉਹ ਕਬੂਤਰਬਾਜ਼ੀ ਨਹੀਂ ਕਰ ਸਕਦਾ। ਉਹ ਕਬੂਤਰਬਾਜ਼ੀ ਨੂੰ ਉਹ ਸਮਝੇਗਾ ਕਿ ਉਹਦੇ ਵਿੱਚ ਕਮਜ਼ੋਰੀ ਕੀ ਆਈ ਹੈ ਜਾਂ ਕੋੜ ਕੀ ਆਈ ਹੈ, ਉਹਦੇ ਜਿਸਮ ਵਿੱਚ ਕੀ ਚੀਜ਼ ਹੈਗੀ, ਉਹ ਖਾਮੀ ਉਹਦੇ ਹਿਸਾਬ ਨਾਲ ਦੂਰ ਹੋਏਗੀ। ਮੇਨ ਜਿਹੜੀ ਤੁਹਾਡੇ ਜਿੱਥੋਂ ਉਹ ਕਬੂਤਰਬਾਜ਼ੀ ਨੂੰ ਪਤਾ ਕਿਸ ਤਰ੍ਹਾਂ ਲੈ ਕੇ ਚੱਲਦੇ ਨੇ, ਉਹ ਸਟੀਵ ਰਾਈਟ ਜਿਹੜੀਆਂ ਹੈਗੀਆਂ ਨਾ ਬਹੁਤ ਹੈਵੀ ਡੋਜ਼ ਦੇ ਕੇ ਨਾ ਰੱਖਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਕਬੂਤਰ ਦੀ ਜਿਹੜੀ ਅੰਦਰ ਦੀ ਸਟਰੈਂਥ ਹੁੰਦੀ, ਤੁਸੀਂ ਇੱਕ ਇਨਸਾਨ ਨੂੰ ਜਦੋਂ ਕੋਈ ਇਹ ਮੈਡੀਸਨ ਦਿੰਦੇ ਹੋ ਨਾ ਤੇ ਉਹਦੇ ਬਾਅਦ ਡਾਕਟਰ ਕਹਿੰਦੇ ਨੇ ਕਿ 40 ਦਿਨ ਤੱਕ ਨਾ ਤੁਸੀਂ ਕੋਈ ਤੁਹਾਡੇ ਤੇ ਦੂਸਰੀਆਂ ਦਵਾਈਆਂ ਫਿਰ ਇਫੈਕਟ ਨਹੀਂ ਕਰਨਗੀਆਂ, ਤੁਸੀਂ ਆਪਣੀ ਬਹੁਤ ਕੇਅਰ ਕਰਨਾ। ਯਾਨੀ ਕੀ ਕਰਨੇ ਆ 5-5 10 ਮੈਂ ਵੇਖਿਆ ਕੋਈ ਵਿੱਚ ਇਹ ਜਿਹੜੀ ਡੈਲਟਾ ਕਾਰਡ ਹੋ ਗਈ, ਡੈਕਸਾ ਹੋ ਗਈ ਜਾਂ ਦੂਸਰੀ ਹੋਰ ਵੀ ਕਈ ਹੈਗੇ ਨੇ, ਕੋਈ ਟੀਕੇ ਵੀ ਹੈਗੇ ਨੇ, ਉਹ ਭਾਈ 5-5 ਗੋਲੀਆਂ ਵੀ ਠੋਕ ਦਿੰਦੇ ਹੈਗੇ ਨੇ। ਮੈਨੂੰ ਦੱਸੋ ਕਿ ਐਡੇ ਜਾਨਵਰ ਨੂੰ ਜਦੋਂ ਤੁਸੀਂ ਦਿਓਗੇ ਉਸ ਵਕਤ ਉਹ ਰਿਜ਼ਲਟ ਦੇ ਦੇਗਾ। ਤੁਸੀਂ ਕਹੋ ਯਾਰ ਮੇਰਾ ਸ਼ਾਮ ਉੱਡਦਾ ਸੀ। ਜ਼ਿਆਦਾ ਸਾਈਜ਼ ਵੱਡਾ ਨਾ ਹੋਵੇ, ਜ਼ਿਆਦਾ ਚੌੜਾ ਪਰ ਨਾ ਹੋਵੇ। ਚੌੜਾ ਪਰ ਹੋਏਗਾ ਉਹ ਗਹਿਰਾਈ ਦੀ ਕਰੇਗਾ ਜ਼ਿਆਦਾ, ਉਹ ਥੋੜਾ ਨੀਵਾ ਉੱਡੇਗਾ ਤੇ ਪੋਲਾ ਉੱਡੇਗਾ। ਜਿਹੜਾ ਪੋਲਾ ਉੱਡੇਗਾ ਉਹ ਵੀ ਝਪਿਆ ਜਾਏਗਾ। ਹੁਣ ਤਾਂ ਚੀਲੀ ਝਪ ਡਾਲਡਾ ਗੋਲੀ ਲੈ ਲਓ, ਠੀਕ ਹੈ ਜੀ। ਇਹ 2 ਗੋਲੀਆਂ ਜ਼ਿਆਦਾ ਨਹੀਂ, ਕੋਈ 5-6-7 ਗੋਲੀਆਂ ਦਾ ਕੰਮ ਨਹੀਂ ਹੈਗਾ। ਸਹੀ, ਇਹ 2 ਗੋਲੀਆਂ ਲੈ ਲਓ। 40 ਸੀਸੀ ਦੁੱਧ ਪਾ ਲਓ, ਮਿਲਕ ਪੈਕ ਡੱਬੇ ਦਾ, ਮਿਲਕ ਪੈਕ ਡੱਬੇ ਦਾ। ਜਾਂ ਮੇਰੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ तमाम ਕਬੂਤਰਬਾਜ਼ ਸ਼ੌਕੀਨਾਂ ਨੂੰ ਸਾਡੀ ਤਰਫੋਂ ਸਲਾਮ ਹੋ ਗਿਆ। ਦੋਸਤੋ, ਕਾਫੀ ਸਾਰੇ ਦੋਸਤ ਸਾਨੂੰ ਕਮੈਂਟ ਵਿੱਚ ਆਪਣੀ ਰਾਏ ਦਾ ਆਜ਼ਾਰ ਕਰਦੇ ਨੇ। ਇਰਫਾਨ ਭਾਈ ਤੁਸੀਂ ਨੀਵੀਂ ਵਾਲੇ ਕਬੂਤਰਾਂ ਦਾ ਸ਼ੌਕ ਕਰਵਾਉਂਦੇ ਹੋ, ਸਾਨੂੰ ਉੱਚੇ ਵਾਲੇ ਕਬੂਤਰਾਂ ਦਾ ਵੀ ਸ਼ੌਕ ਕਰਵਾਓ ਜਿਨ੍ਹਾਂ ਨੂੰ ਹਾਈ ਫਲਾਈ ਕਿਹਾ ਜਾਂਦਾ ਹੈ। ਜਿਹੜੇ ਅਸੀਂ ਲੋਕ ਹੈਗੇ ਆ, ਅਸੀਂ ਨੀਵੀਂ ਵਾਲੇ ਛਤਰੀ ਵਾਲੇ ਕਬੂਤਰਾਂ ਦੇ ਸ਼ੌਕੀਨ ਹੈਗੇ। ਹਾਈ ਫਲਾਰ ਦੀ ਦੁਨੀਆ ਹੋ ਰਹੀ, ਛਤਰੀ ਵਾਲਿਆਂ ਦੀ ਦੁਨੀਆ ਹੋ ਰਹੀ। ਅੱਜ ਅਸੀਂ ਤੁਹਾਨੂੰ ਛਤਰੀ ਵਾਲਿਆਂ ਦੀ ਦੁਨੀਆ ਤੇ ਲੈ ਕੇ ਆਏ ਹਾਂ। ਇਨਸ਼ਾਅੱਲਾ ਅੱਜ ਦੀ ਜਿਹੜੀ ਵੀਡੀਓ ਨਾ ਬੜੀ ਮਾਲੂਮਾਤੀ ਵੀਡੀਓ ਦਿਖਾਉਣ ਵਾਲੀ ਹੈ। ਜਿਹੜੇ ਲੋਕ ਹਾਈ ਫਲਾਈਟ ਦਾ ਸ਼ੌਕ ਰੱਖਦੇ ਨੇ, ਯਕੀਨ ਕਰੋ ਉਹਨਾਂ ਵਾਸਤੇ ਜਿਹੜੀ ਅੱਜ ਦੀ ਵੀਡੀਓ ਨਾ ਇੰਤਹਾਈ ਕੀਮਤੀ ਹੈ। ਅਗਰ ਉਹਨਾਂ ਨੇ ਅੱਜ ਦੀ ਵੀਡੀਓ ਮਿਸ ਕਰਤੀ ਨਾ, ਫਿਰ ਸਮਝੋ ਉਹਨਾਂ ਨੂੰ ਕੁਝ ਵੇਖਿਆ ਹੀ ਨਹੀਂ। ਅਗਰ ਤੁਸੀਂ ਇਸ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਨਈ ਆਉਣ ਵਾਲੀ ਵੀਡੀਓ ਨੂੰ ਬਾਸਾਨੀ ਦੇਖ ਸਕੋ। ਸਾਡੇ ਦੋਸਤ ਹਨ ਚੌਧਰੀ ਫਾਦ ਭਾਈ, ਉਹਨਾਂ ਦੇ ਦੋਸਤ ਐਕਸ਼ਨ ਉਸਤਾਦ ਨੰਨਾ, ਜਿਹੜੇ ਕਿ ਬੜੇ ਮਸ਼ਹੂਰ ਸ਼ੌਕੀਨ ਹਨ। ਇਹਨਾਂ ਦੇ ਤੁਸੀਂ ਉੱਤੇ ਤੁਸੀਂ ਚੈੱਕ ਕਰੋ, ਇਹਨਾਂ ਦੇ ਜਿਹੜਾ ਪੰਪਲੇਟ ਜਾਂ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ, ਜਿਹੜੀਆਂ ਥੱਲੇ ਚੱਲ ਰਹੀਆਂ, ਇਹ ਸਾਰੀਆਂ ਜਿਹੜਾ ਨਾ ਅਲਹਮਦੁਲਿਲਾ ਇਹਨਾਂ ਦਾ ਇੱਕ ਨਾਮ ਹੈ ਲਾਹੌਰ ਦੇ ਵਿੱਚ। ਇਨਸ਼ਾਅੱਲਾ ਗੁਫ਼ਤਗੂ ਦਾ ਅੰਦਾਜ਼ ਉਸਤਾਦ ਤੋਂ ਕਰਾਉਂਦੇ। ਉਸਤਾਦ ਹੋਰੀ ਫਿਰ ਆਪਣੇ ਜਿਹੜੇ ਇਹਨਾਂ ਦੇ ਵੱਡੇ ਭਾਈ ਆਏ ਹੋਏ ਅੱਜ ਸਾਹਿਬ ਔਰ ਦੂਸਰੇ शाह साहब हैं, इंशाल्लाह मजीद तारुफ करवाएंगे। हंसते रहो, थोड़े कटी जाएगी। अस्सलाम वालेकुम उस्ताद। ਵਾਲੇਕੁਮ ਸਲਾਮ। सही क्या हाल है? ठीक ਠੀਕ ਠਾਕ, ਸ਼ੁਕਰ ਮਾਲਕ ਦਾ। ਸਹੀ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਉਸ ਤੋਂ ਬਾਅਦ ਸਾਡੇ ਜਿਹੜੇ ਸਾਡੇ ਦੋਸਤ ਵੀਵਰ ਦੇਖ ਰਹੇ ਹਨ, ਤੁਸੀਂ ਆਪਣਾ ਥੋੜਾ ਜਿਹਾ ਤਾਰਫ ਕਰਵਾ ਦਿਓ ਕਿ ਅਸੀਂ ਇਸ ਵਕਤ ਕਿੱਥੇ ਮੌਜੂਦ ਹਾਂ ਤੇ ਫਿਰ ਹਾਜੀ ਸਾਹਿਬ ਹੋਰਾਂ ਦਾ, ਸ਼ਾਹ ਸਾਹਿਬ ਹੋਰ ਜਿਹੜੇ ਦੋਸਤ ਹਨ ਆਪਣੇ ਉਹਨਾਂ ਭਾਈ ਜਿਹੜਾ ਅਸੀਂ ਲਾਹੌਰ ਦੇ ਵਿੱਚ ਹੈਗੇ, ਚਾਹ ਮੀਰਾ ਰੋਡ, ਠੀਕ ਹੈ ਜੀ। ਚਾਹ ਮੀਰਾ ਦੇ ਵਿੱਚ ਮੈਂ ਉਸਤਾਦ ਜਵੇਦ ਛਾਨੀ ਦਾ ਭਾਈ ਹਾਂ, ਛੋਟਾ ਨੰਨਾ ਛਾਨੀ ਵਾਲਾ। ਉਸਤਾਦ ਜਵੇਦ ਜਿਹੜੀ ਆ ਤਸਵੀਰ ਚੱਲ ਰਹੀ ਹੈ, ਉਸਤਾਦ ਜਵੇਦ ਤੁਹਾਡੇ ਹਾਂਜੀ, ਉਹ ਹਜ਼ਾਰ ਹੈ ਜੀ? ਨਹੀਂ, ਫੋਟੋ ਹੋ ਗਏ ਉਸਤਾਦ ਜਵੇਦ ਛਾਨੀ ਵਾਲੇ। ਜੀ ਜੀ, ਮੈਂ ਉਹਨਾਂ ਦਾ ਭਾਈ ਆ। ਮਸਲਾ ਸਾਡੀ ਖਾਨਦਾਨੀ ਕਬੂਤਰਬਾਜ਼ੀ ਹੈ, ਵੱਡਿਆਂ ਦੀ ਲੱਗੀ ਆ ਰਹੀ ਹੈ। ਸਹੀ ਜੀ। ਤੇ ਅੱਲਾ ਦਾ ਸ਼ੁਕਰ ਹੈ, ਸਾਨੂੰ ਅੱਲਾ ਤਾਲਾ ਨੇ ਬੜੀ ਇੱਜ਼ਤ ਦਿੱਤੀ, ਸੋਹਣੇ ਮਾਲਕ ਨੇ। ਤੇ ਮਸਲਾ ਸ਼ਾਗਿਰਦਾਂ ਦੀ ਤਾਦਾਦ ਕੋਈ ਨਹੀਂ, ਪਤਾ ਹੀ ਕੋਈ ਨਹੀਂ ਕਿੰਨੀ ਗਈ, ਬਹੁਤ ਜ਼ਿਆਦਾ। ਤੇ ਮਸਲਾ ਹੁਣ ਕਰ ਰਹੇ ਆ ਕਬੂਤਰਬਾਜ਼ੀ ਨਾਲ, ਬਹੁਤ ਅੱਛਾ ਮਜ਼ਾ ਆ ਰਿਹਾ। ਤੇ ਹੁਣ ਸਜਾਦ ਸ਼ਾਹ ਸਾਹਿਬ ਦੀ ਛੱਤ ਤੇ ਚੜੇ ਅਸੀਂ, ਇਨਸ਼ਾਅੱਲਾ ਹੁਣ ਅਸੀਂ ਇੱਥੇ ਸ਼ੌਂਕ ਕਰਾਂਗੇ। ਤੇ ਮਾਸ਼ਾਅੱਲਾ ਕਰ ਰਹੇ ਇਨਸ਼ਾਅੱਲਾ 2025 ਦਾ ਸ਼ੌਕ ਹੋ ਰਿਹਾ। ਸਾਡੀਆਂ ਬਾਜ਼ੀਆਂ ਲੱਗੀਆਂ ਇਨਸ਼ਾਅੱਲਾ, ਮਜ਼ੀਦ ਹੋਰ ਲੱਗ ਜਾਣਗੀਆਂ। ਕੋਈ ਟੂਰਨਾਮੈਂਟ ਦੇ ਵਿੱਚ ਸਾਡੀਆਂ ਐਂਟਰੀਆਂ ਜਾਣਗੀਆਂ ਇਨਸ਼ਾਅੱਲਾ। ਤਿਆਰੀ ਤੇ ਲੱਗੇ ਆ ਇਨਸ਼ਾਅੱਲਾ ਤਾਲਾ, ਮਜ਼ਾ ਆਏਗਾ ਤੇ ਲੋਕਾਂ ਨੂੰ ਸ਼ੌਂਕ ਦੇਖਣ ਦਾ ਮਜ਼ਾ ਆਏਗਾ ਇਨਸ਼ਾਅੱਲਾ ਤਾਲਾ। ਬੜਾ ਇੰਜੋਏ ਕਰਨ। ਇਹ ਕੋ ਮੇਰਾ ਰਫੀ ਭਾਈ ਏ, ਇਹ ਹੁਣ ਕਰ ਰਹੇ। ਦੱਸੋ ਜੀ ਤੁਸੀਂ। ਹਾਂਜੀ ਰਫੀ ਭਾਈ। ਮੈਂ ਨੰਨਾ ਸਾਹਿਬ ਦਾ ਭਾਈ ਹਾਂ। ਮੈਂ ਰਿਟਾਇਰ ਹੋ ਕੇ ਬਾਹਰੋਂ ਆ ਕੇ ਬਹਿ ਗਿਆ, ਇੱਥੇ ਵੀ ਸਟਾਫ ਰੋਸ਼ੀ ਕਰਨਾ ਸੀ। ਬਹਰਹਾਲ ਮੈਂ ਇਹਨਾਂ ਨਾਲ ਛੋਟਾ ਭਾਈ ਹੈ ਮੇਰਾ, ਬਹੁਤ ਮੈਨੂੰ ਇੱਜ਼ਤ ਦਿੰਦੇ ਨੇ। ਹੱਤਾ ਕਿ ਇਹਨਾਂ ਨੇ ਮੈਨੂੰ ਜੋੜੇ ਦਿਖਾਏ ਨੇ ਤੇ ਮੇਰਾ ਵੀ ਬੱਚਾ ਇੱਕ ਵਾਰੀ 5:04 ਮਿੰਟਾਂ ਤੇ ਬੈਠਾ। ਸਹੀ, ਮਾਸ਼ਾਅੱਲਾ ਬਹੁਤ ਮਜ਼ਾ ਆਉਂਦਾ ਹੈ। ਔਰ ਵਿਹਲਿਆਂ ਦਾ ਨਾ ਨਵਾਬਾਂ ਦਾ ਸ਼ੌਕ ਹੈ। ਹੁਣ ਅਸੀਂ ਕਰਾ ਕੇ ਬਹਿ ਗਏ ਬਾਲੇ ਵਿਹਲੇ ਆ, ਔਰ ਇਹਨਾਂ ਨਾਲ ਇੰਜੋਏ ਕਰੀਦਾ, ਨਾਲ ਘਰ ਦਾ ਕੰਮ ਕਰ ਦਿੱਤੇ ਜਾਂ ਕੋਈ ਇਹੋ ਜਿਹੀ ਗੱਲ ਕਰ ਛੱਡੀ ਤੇ ਔਰ ਬਹੁਤ ਮਜ਼ਾ ਆ ਰਿਹਾ। ਤੇ ਸ਼ਾਹ ਸਾਹਿਬ ਨੇ, ਸ਼ਾਹ ਸਾਹਿਬ ਹਾਜੀ ਸਜਾਦ ਸ਼ਾਹ ਸਾਹਿਬ, ਔਰ ਇਹ ਨਾ ਮਾਸ਼ਾਅੱਲਾ ਇਹਨਾਂ ਦੇ ਕੋਲ ਆਈਦਾ, ਤੁਸੀਂ ਸ਼ੌਕ ਕਰ ਰਹੇ ਹੋ ਔਰ ਇੱਥੇ ਅਸੀਂ ਐਤਕਾਂ ਬਾਜ਼ੀਆਂ ਜ਼ਿਆਦਾ ਖੇਡਣ ਲੱਗੇ ਹਾਂ। ਇਸ ਤੋਂ ਬਾਅਦ ਅਸੀਂ ਇਹਨਾਂ ਉਸਤਾਦ ਨੇ ਦੀ ਛੱਤ ਵੀ ਖੇਡਣੀਆਂ ਨੇ। ਅੱਲਾ ਨੇ ਸਾਨੂੰ ਬੜੀ ਇੱਜ਼ਤ ਦਿੱਤੀ ਹੈ। ਦੇਖੋ ਹੁਣ ਮੈਂ ਕੋਈ ਕਬੂਤਰਬਾਜ਼ ਨਹੀਂ ਸਾਂ, ਪਰ ਇਹਨਾਂ ਨੇ
ਕੋਲ ਬੈਠਾ ਵਾ ਬਜ਼ੁਰਗ ਇਹਨਾਂ ਨੇ ਤੁਹਾਨੂੰ ਜਵਾਨ ਕਰਤਾ ਉਹਨਾਂ ਨੇ ਭਾਈ ਸਾਹਿਬ। ਜਵਾਨ ਕਰਤੇ ਦੇਖੋ ਹਾਂਜੀ ਉਹਨਾਂ ਨੇ ਜੋਨ ਸੀਨਾ ਬਣਾਇਆ ਜੌਨ ਸੀ ਜਵਾਨ ਕਰਤਾ ਨਾ ਭਾਈ ਸਾਹਿਬ ਦੇਖੋ ਔਰ ਇੰਨਾ ਨਹੀਂ ਤਾਂ ਮੈਂ ਘਰ ਬਹਿ ਕੇ ਬੋਲ ਬਹਿ ਜਾਓ। ਔਰ ਇਹ ਸਾਡੇ ਹੈਗੇ ਨੇ ਜੀ ਇਹਨਾਂ ਦਾ ਨਾਮ ਇਹ ਆਪਣੇ ਸਜਾਸ਼ਾ ਸਰਦਾਰ ਹੈਗੇ ਸਾਹਿਬ ਦੇ ਬੜੇ ਇਹ ਦੋਸਤ ਨੇ। ਮਾਸ਼ਾਅੱਲਾ ਛੱਤ ਦੇ ਹੋਲਡਰ ਹੈ ਤੇ ਮਾਸ਼ਾਅੱਲਾ ਅਸੀਂ ਵੀ ਨਾਲ ਆ ਤੇ ਸ਼ਾਹ ਸਾਹਿਬ ਤੁਹਾਨੂੰ ਕਿੰਨਾ ਕਰਸਾ ਹੋ ਗਿਆ ਸ਼ੌਕ ਕਰਦੇ ਨੂੰ ਮੈਨੂੰ ਇਹਦੇ ਚ ਹੋ ਗਏ ਨੇ ਕੋਈ 14-15 ਸਾਲ 14-15 ਸਾਲ ਹਾਂ ਤੇ ਸ਼ੁਰੂ ਤੋਂ ਹੀ ਤੁਸੀਂ ਹਾਈ ਫਲਾਈ ਦਾ ਸ਼ੌਕ ਕਰਦੇ ਹੋ ਸ਼ੁਰੂ ਤੋਂ ਹਾਈ ਫਲਾਇਰ ਹੈ ਸਾਡੇ ਇੱਥੇ ਜ਼ਿਆਦਾਤਰ ਹਾਈ ਫਲਾਇਰ ਹੀ ਚੱਲਦਾ ਹੈ ਸਹੀ ਤੇ ਮੈਂ ਜਿਹੜਾ ਹੈਗਾ ਵਾਂ ਬੇਸਿਕਲੀ ਉਸਤਾਦ ਮੁੱਲਾ ਨਦੀਮ ਤਾਰਾ ਵਾਲਾ ਦਾ ਸ਼ਾਗਿਰਦ ਹੈਗਾ ਵਾਂ ਸਹੀ ਤੇ ਜੇ ਮੈਂ ਕਬੂਤਰ ਫੜਨਾ ਵੀ ਸਿੱਖਿਆ ਤਾਂ ਉਹਨਾਂ ਕੋਲੋਂ ਸਿੱਖਿਆ ਬਸ ਕਬੂਤਰ ਦੀ ਪਹਿਚਾਨ ਜਾਂ ਪਹਿਚਾਨ ਹਰ ਚੀਜ਼ ਜੋ A to Z ਜਿੰਨਾ ਵੀ ਮੇਰਾ ਸ਼ੌਕ ਹੈ ਜੋ ਵੀ ਹੈ ਆਪਣੇ ਉਸਤਾਦ ਦੀ ਵਜ੍ਹਾ ਤੋਂ ਹੈਗਾ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਹੈ ਸਹੀ ਤੇ ਉਹਨਾਂ ਦੀ ਵਜ੍ਹਾ ਤੋਂ ਨਾ ਕਾਫੀ ਅੱਲਾ ਦਾ ਸ਼ੁਕਰ ਹੈਗਾ ਕਿ ਜੋ ਵੀ ਅੱਲਾ ਨੇ ਇੱਜ਼ਤ ਦਿੱਤੀ ਹੈ ਜਾਂ ਜੋ ਵੀ ਮਕਾਮ ਹੈਗਾ ਮੈਂ ਅਗਰ ਇਹ ਕਹਾਂ ਕਿ ਮੇਰੇ ਉਸਤਾਦ ਦੀ ਬਹੁਤ ਮਿਹਨਤ ਇਹਦੀ ਸ਼ਾਮਿਲ ਹੈਗੀ ਤੇ ਉਹਨਾਂ ਦੀ ਗਾਈਡੈਂਸ ਸ਼ਾਮਿਲ ਹੈਗੀ ਹੈ ਕਿਉਂਕਿ ਉਹਨਾਂ ਨੇ ਬਹੁਤ ਗਾਈਡ ਕੀਤਾ ਹੈ ਤੇ ਉਹਨਾਂ ਦਾ ਇੱਕ ਮਕਾਮ ਹੈਗਾ ਏਸ਼ੀਅਨ ਟਾਈਗਰ ਹੈਗੇ ਨੇ ਉਹ ਸਹੀ ਏਸ਼ੀਅਨ ਟਾਈਗਰ ਮੁੱਲਾ ਨਦੀਮ ਤਾਰਾਂ ਵਾਲੇ ਹੁਣ ਵੀ ਉਹਨਾਂ ਦੇ ਬਾਜ਼ੀਆਂ ਲੱਗੀਆਂ ਹੋਈਆਂ ਨੇ ਤੇ ਮਿੱਠੂ ਲਾਲੀ ਨਾਲ ਵੀ ਲੱਗੀਆਂ ਹੋਈਆਂ ਨੇ ਤੇ ਲਾਲੀ ਨਾਲ ਜਿਹੜੀਆਂ ਬਾਜ਼ੀਆਂ ਦੇ ਬੜੇ ਚਰਚੇ ਸੁਣ ਰਹੇ ਹਾਂ ਉਹ ਇੱਕ ਲਾਹੌਰ ਨਹੀਂ ਉਹ ਨਹੀਂ ਮੈਂ ਤੁਹਾਨੂੰ ਦੱਸਣਾ ਮੰਡੀ ਬਹਾਉਦੀਨ ਤੋਂ ਉਸਤਾਦ ਮੁੱਲਾ ਨਦੀਮ ਤਾਰਾਂ ਵਾਲੇ ਉੱਡਦੇ ਪਏ ਨੇ ਉਹਨਾਂ ਨਾਲ 15 ਛੱਤਾਂ ਦਿੱਤੀਆਂ ਨੇ ਮੋਹਣੇ ਨੇ ਤੇ ਉਸਤਾਦ ਮੋਇਨ ਨਵਾਜ਼ ਘੁੰਮਣ ਨੇ ਸਹੀ ਤੇ ਬਾਕੀ ਜਿਹੜੀਆਂ ਛੱਤਾਂ ਹੈਗੀਆਂ ਨੇ ਉਹਨੇ ਦਿੱਤੀਆਂ ਨੇ ਆਪਣਾ ਲਾਲੀ ਦੀ ਮੇਰੇ ਹਾਈ ਕੋਈ ਛੱਤ ਹੈਗੀ ਸਹੀ ਉਸਤਾਦ ਲਾਲੀ ਦੀ ਤੇ ਬਾਕੀ ਅਗਰ ਹੋਰ ਕੋਈ ਛੱਤਾਂ ਐਡ ਹੋ ਜਾਣਗੇ ਅੱਗੇ ਆਉਣ ਵਾਲੇ ਫਿਊਚਰ ਵਿੱਚ ਤੇ ਉਹ ਨਹੀਂ ਮੈਂ ਕਹਿ ਸਕਦਾ ਕਿਉਂਕਿ 2025 ਹਲੇ ਟਾਈਮ ਹੈਗਾ ਅਜੇ ਬਹੁਤ ਬੜਾ ਟਾਈਮ ਤੇ ਉੱਥੋਂ ਸ਼ੌਕ ਆ ਰਹੇ ਨੇ ਬਾਕੀ ਲੋਰੋ ਐ ਸੀਜ਼ਨ ਜਿਹੜੇ ਹੈਗੇ ਨੇ ਇੱਥੇ ਉਡਾ ਰਹੇ ਨੇ ਇਸ ਟਾਈਮ ਵੀ ਉਹ ਮੰਡੀ ਭਾਉਦੀ ਨੇ ਹੈਗੇ ਨੇ ਉਸਤਾਦ ਮੇਰੇ ਅੱਛਾ ਉਹ ਇਸ ਵਕਤ ਵੀ ਮੰਡੀ ਬਾਜ਼ ਅਬਾਉਂਡ ਬੇਸਿਕਲੀ ਲਾਹੌਰ ਦੇ ਰਿਹਾਇਸ਼ੀ ਇੱਥੇ ਪਹਿਲੇ ਇੱਥੇ ਬਿਲਕੁਲ ਹੀ ਇੱਥੇ ਰਹਿੰਦੇ ਸੀ ਤਾਂ ਹੁਣ ਨਾ ਥੋੜਾ ਜਿਹਾ ਅੱਗੇ ਚਲੇ ਗਏ ਨੇ ਲੇਕਿਨ ਹੈਗੇ ਇੱਥੇ ਦੇ ਛੱਤ ਉਹਨਾਂ ਦੀ ਇੱਥੇ ਸਾਡੇ ਨੇੜੇ ਹੀ ਹੈ ਤੇ ਡੇਰਾ ਜਿਹੜਾ ਉਹਨਾਂ ਦਾ ਹੈਗਾ ਅੱਛਾ ਸਾਦੇ ਮਤਲਬ ਤੁਹਾਡਾ ਜਿਹੜਾ ਇੱਕ ਸ਼ੌਕ ਹੋ ਰਿਹਾ ਸਾਡੇ ਨਾਲ ਕਿਹੜੇ ਕਿਹੜੇ ਮਸ਼ਹੂਰ ਸ਼ੌਕੀਨ ਜਿਹੜੇ ਸ਼ੌਕ ਕਰ ਰਹੇ ਨੇ ਜਿਹੜੇ ਹਾਈ ਫਲਾਈਟ ਦੇ ਜਿਨ੍ਹਾਂ ਦਾ ਇੱਕ ਨਾਮ ਹੋਵੇ ਇਹਨਾਂ ਛੱਤਾਂ ਦੇ ਨਾਲ ਲਾਜਾ ਨਾਲ ਹੈ ਮੈਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਉਡਾਨੇ ਹੈਗੇ ਆ ਸਾਡਾ ਉਸਤਾਦ ਹੈਗਾ ਮੁੱਲਾ ਨਦੀਮ ਤਾਰਾਂ ਵਾਲਾ ਉਹਨਾਂ ਦੇ ਮੁਖਾਲਫ ਜਿੰਨੇ ਵੀ ਗਰੁੱਪ ਹੈਗੇ ਨੇ ਜਿਸ ਤਰ੍ਹਾਂ ਹੈਗਾ ਸ਼ੇਖ ਲੁਬਣਾ ਗਰੁੱਪ ਹੋ ਗਿਆ ਉਹਨਾਂ ਨਾਲ ਸਾਡਾ ਸ਼ੌਕ ਹੁੰਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਹੋਰ ਵੀ ਹੈਗੇ ਨੇ ਜਿਹੜੇ ਮਤਲਬ ਸ਼ੌਕੀਨ ਹਜ਼ਰਾਤ ਨੇ ਪਹਿਲੇ ਉਹਨਾਂ ਦੇ ਨਾਲ ਵੀ ਮਤਲਬ ਲਾਲ ਹੋਣਾ ਨਾਲ ਹੁੰਦਾ ਸੀ ਲੇਕਿਨ ਉਹ ਸਾਡੇ ਕਿਉਂਕਿ ਗਰੁੱਪ ਇੱਕ ਹੋ ਗਿਆ ਉਹਦੀ ਵਜ੍ਹਾ ਤੋਂ ਉਹ ਹੁਣ ਪਿਛਲੇ ਸੀਜ਼ਨ ਤੱਕ ਤੇ ਸਾਡਾ ਉੱਡਦਾ ਰਿਹਾ ਤੇ ਹੁਣ ਜਿਹੜਾ ਹੈਗਾ ਨਾ ਇਸ ਟਾਈਮ ਉਹ ਕਿਉਂਕਿ ਕੱਟ ਦਫ ਇੱਕ ਹੋ ਗਈ ਦਫ ਇੱਕ ਹੋ ਗਈ ਹੈ ਗਾਰਡ ਗਰੁੱਪ ਜਿਹੜਾ ਬਣਿਆ ਨਾ ਉਹਦੀ ਵਜ੍ਹਾ ਤੋਂ ਨਾ ਅਸੀਂ ਇੱਕ ਹੋ ਗਏ ਆ ਉਹਨਾਂ ਨਾਲ ਵੀ ਸ਼ੌਕ ਹੁੰਦਾ ਰਿਹਾ ਹੋਰ ਵੀ ਕਈ ਹੈਗੇ ਨੇ ਚੇਅਰਮੈਨ ਪਾਰਟੀ ਨਾਲ ਵੀ ਸਾਡਾ ਸ਼ੌਕ ਹੁੰਦਾ ਹੈਗਾ ਇੱਥੇ ਦੀ ਜਿਹੜੀ ਛੱਤਾਂ ਹੈਗੀਆਂ ਨੇ ਜਿਹੜੇ ਮੇਨ ਛੱਤਾਂ ਆਹੋ ਇੱਥੇ ਜੇ ਲੋੜ ਦੀਆਂ ਅੱਛੀਆਂ ਦਫਾ ਹੈਗੀਆਂ ਉਹਨਾਂ ਨਾਲ ਸ਼ੌਕ ਹੁੰਦਾ ਔਰ ਮੇਰੇ ਸਾਦੇ ਮੋਤਰ ਮੈਂ ਨੇ ਮੈਨੂੰ ਪਰਖ ਸਿਖਾਉਂਦੇ ਪਏ ਮੈਂ ਸਿੱਖ ਰਿਹਾ ਹਾਂ ਔਰ ਨਾਲ ਇਹਨਾਂ ਦਾ ਛੋਟਾ ਅਸੀਂ ਵੀ ਆਇਸ਼ਾ ਤੁਹਾਡੇ ਤੋਂ ਪਰਖ ਸਿੱਖਣਾ ਹੈ ਸਾਧਨ ਤੁਹਾਨੂੰ ਸਿਖਾਈ ਇਹਨਾਂ ਨੇ ਤੁਸੀਂ ਮੈਨੂੰ ਸਾਨੂੰ ਸਿਖਾਣੀ ਹੈ ਮੈਂ ਕੋਈ ਕੁਝ ਨਹੀਂ ਦੇਖਣਗੇ ਮੇਰੇ ਸਾਦੇ ਮੋਤਰ ਜੀ ਇਹ ਮੈਨੂੰ ਕਹਿੰਦੇ ਮੈਂ ਤੁਹਾਨੂੰ ਆਪਣਾ ਖਲੀਫਾ ਮੰਨ ਲੈਣਾ ਮੈਂ ਕਹਿੰਦੀ ਜੀ ਤੁਸੀਂ ਮੇਰੇ ਉਸਤਾਦ ਹੋ ਜੀ ਇੱਥੇ ਤੁਸੀਂ ਮਾਸ਼ਾਅੱਲਾ ਦੇਖਿਆ ਤੁਹਾਡਾ ਸੈਟਅਪ ਉੱਤੇ ਇੱਧਰ ਸਾਰਾ ਮਾਸ਼ਾਅੱਲਾ ਬਹੁਤ ਸਾਰਾ ਕਬੂਤਰ ਕਿੰਨੀ ਕੁ ਤਾਦਾਦ ਦੇ ਕਬੂਤਰ ਪੈਣ ਵਾਲੇ ਇਸ ਵਕਤ ਹੈ ਨੇ ਕੋਈ 500 ਜਾਂ 600 ਦੇ ਕੋਲ 600 ਦੇ ਥੱਲੇ ਹੈਗੇ ਨੇ ਇਸ ਟਾਈਮ ਅੱਛਾ ਸ਼ਾਹ ਸਾਹਿਬ ਇਹ 600 ਕਬੂਤਰ ਲੈ ਕੇ ਵੀ ਤੁਹਾਡਾ ਦਿਲ ਕਰਦਾ ਹੋਣਾ ਕਿ ਅਜੇ ਕੰਮ ਹੈ ਅਸਲ ਵਿੱਚ ਪਤਾ ਕੀ ਹੈ ਜਿਹੜਾ ਸ਼ੌਕੀਨ ਹੁੰਦਾ ਹੈ ਨਾ ਕਬੂਤਰਾਂ ਦਾ ਕਿਉਂਕਿ ਨੀਵੀਂ ਜਿਹੜਾ ਤੁਸੀਂ ਅੱਗੇ ਗੱਲ ਕਰ ਰਹੇ ਨਾ ਕਿ ਲੋ ਫਲਾਇਰ ਤੇ ਹਾਈ ਫਲਾਇਰ ਲੋ ਫਲਾਇਰ ਦੇ ਵਿੱਚ ਇਹ ਜਿਹਾ ਹੁੰਦਾ ਹੈਗਾ ਕਿ ਤੁਸੀਂ ਜਦੋਂ ਕਬੂਤਰ ਰੱਖਦੇ ਹੋ ਨਾ ਉਹਦੇ ਜ਼ਾਇਆਪਨ ਨਹੀਂ ਹੁੰਦਾ ਐਡਾ ਹੁਣ ਮੈਂ ਤੁਹਾਨੂੰ ਹੁਣ ਦੀ ਗੱਲ ਦੱਸਣਾ ਵਾ ਕਿ ਇਸ ਦਫਾ ਸਾਡੇ ਕੋਲ ਹੈ UET ਨਜ਼ਦੀਕ UET ਚ ਲੱਗੜ ਇਸ ਵਕਤ ਜੋੜਾ ਇੱਕ ਬੈਠਾ ਹੈ ਉਹ 10 ਵਜੇ 11 ਵਜੇ ਉੱਠਦਾ ਹੈ 9 ਵਜੇ ਉੱਠਦਾ ਹੈ ਜਦੋਂ ਅਸੀਂ ਪੱਲਾ ਪਹਿਲੇ ਮਾਰਦੇ ਪਏ ਸੀ ਜ਼ਰਾ 9 ਵਜੇ ਉਹਨੇ ਭਾਈ ਆ ਕੇ ਉੱਤੇ ਖਲੋ ਜਾਣਾ ਪੱਲਾ ਮਾਰਨਾ ਤੇ ਉਹਨੇ ਉੱਤੋਂ ਚੱਪੀ ਜਾਣੇ ਨੇ ਝਾਪਣਾ ਤੇ ਥੋੜਾ ਅੱਖਾਂ ਦੇ ਸਾਹਮਣੇ ਐਂਜੀ ਗੁੱਛੀਆਂ ਮਾਰਦਾ ਹੈ ਤੇ ਉੱਥੇ ਉਹ 6 ਨੰਬਰ ਗਰਾਊਂਡ ਹੈਗੀ ਉਹਦੇ ਕੋਲ ਉਹਨੇ ਦਰਖਤਾਂ ਦੇ ਵਿੱਚੋਂ ਸਾਨੂੰ ਅੰਦਰ ਅਲਾਓ ਨਹੀਂ ਹੈਗਾ ਕਿ ਉੱਥੇ ਕਿਉਂਕਿ ਯੂਨੀਵਰਸਿਟੀ ਦਾ ਹੈਗਾ ਗਵਰਨਮੈਂਟ ਏਰੀਆ ਹੈਗਾ ਕੋਈ ਵੀ ਨਹੀਂ ਜਾ ਸਕਦਾ ਉਹਨੂੰ ਕੁਝ ਕਹਿ ਵੀ ਨਹੀਂ ਸਕਦੇ ਗੁੱਛੀਆਂ ਮਾਰਦਾ ਉੱਥੇ ਵੜ ਜਾਂਦਾ ਇੰਨੀ ਕੁ ਉਹਨਾਂ ਨੇ ਤਬਾਹੀ ਮਚਾਈ ਹੈ ਯਾਨੀ ਕਿ ਕਹਿਣ ਦਾ ਮਕਸਦ ਹੈਗਾ ਕਿ ਸਾਨੂੰ ਤਦਾਦ ਜ਼ਿਆਦਾ ਛੱਡਣੀ ਪੈਂਦੀ ਹੈ ਇੱਕ ਤੇ ਲੱਗੜ ਬੈਰੀ ਸਾਨੂੰ ਬਹੁਤ ਜ਼ਿਆਦਾ ਪੈਂਦੀ ਹੈ ਇੱਥੇ ਪਹਿਲੇ ਸ਼ਹਿਰਾਂ ਇੰਨੀ ਹੁੰਦੀ ਸੀ ਹੁਣ ਲੇਕਿਨ ਕਿਉਂਕਿ ਚੀਲ ਵੀ ਵੱਧ ਗਈ ਹੈ ਤੇ ਲੱਗੜ ਬੈਰੀ ਵੀ ਉਹਦੇ ਨਾਲ ਵੱਧ ਜਿਹੜੀ ਆਮ ਨਾਰਮਲ ਚੀਲੇ ਵੀ ਪੈ ਜਾਂਦੀ ਇਹ ਵੀ ਪੈਂਦੀ ਹੁਣ ਕਿਉਂਕਿ ਕ੍ਰਾਸ ਵਿੱਚ ਹੈਗੀ ਤੁਸੀਂ ਵੇਖੋ ਪਹਿਲੇ ਕਾਲੀਆਂ ਚੀਲਾਂ ਹੁੰਦੀਆਂ ਸੀ ਹੁਣ ਬੂਰੀਆਂ ਹੋ ਗਈਆਂ ਨੇ ਇਹ ਸਾਡੇ ਸੁਣਨ ਵਿੱਚ ਆਇਆ ਕਿ ਸ੍ਰੀਲੰਕਾ ਤੋਂ ਕੁਝ ਸ਼ਾਇਦ ਇਹਨਾਂ ਨੇ ਖੇਪ ਮੰਗਵਾਈ ਸੀ ਕਿਉਂਕਿ ਇੱਥੇ ਚੀਲ ਖਤਮ ਹੋ ਗਈ ਸੀ ਗਿੱਧ ਹੁੰਦੇ ਸੀ ਉਹ ਵੀ ਖਤਮ ਹੋ ਗਈ ਹੈ ਹੁਣ ਗਿੱਧਾਂ ਵੀ ਨਹੀਂ ਆ ਲੇਕਿਨ ਚੀਲਾਂ ਜਿਹੜੀਆਂ ਤਦਾਦ ਬਹੁਤ ਜ਼ਿਆਦਾ ਲਾਹੌਰ ਦੀ ਵੱਧ ਗਈ ਹੈ ਤੁਸੀਂ ਜਦੋਂ ਵੇਖੋਗੇ ਕਬੂਤਰ ਆ ਕੇ ਉੱਤੋਂ ਨਿਕਲੇਗਾ ਛੱਤ ਦੇ ਨਾਲ ਲੱਗੇਗਾ ਨਾਲ ਕੋਈ 100-200 ਚੀਲ ਵੀ ਆ ਕੇ ਲੱਗ ਜਾਏਗੀ ਤੇ ਉਹਦੇ ਵਿੱਚ ਲੱਗੜ ਹੁੰਦਾ ਤੇ ਉਹ ਆਰਾਮ ਨਾਲ ਝੱਪ ਕੇ ਲਾ ਜਾਂਦਾ ਇਸ ਵਾਸਤੇ ਸਾਨੂੰ ਮਜਬੂਰਨ ਜ਼ਿਆਦਾ ਕਬੂਤਰ ਛੱਡਨੇ ਪੈਂਦੇ ਨੇ ਹਾਈ ਫਲਾਇਰ ਵਾਲਿਆਂ ਨੂੰ ਸ਼ਹਿਰਦਾਰੀ ਦੇ ਵਿੱਚ ਬਨਿਸਬਤ ਤੇ ਦੂਸਰਾ ਉੱਤੋਂ ਜ਼ਾਇਆ ਹੋਣਾ ਵੀ
ਕਿਉਂਕਿ ਸਾਡਾ ਕਬੂਤਰ ਜਾਂਦਾ ਗਹਿਰਾਈ ਦੇ ਵਿੱਚ, ਉਹਦੇ ਵਿੱਚ ਫਿਰ ਮੌਸਮ ਬਹੁਤ ਜ਼ਿਆਦਾ ਕਾਊਂਟ ਕਰਦਾ ਹੈ। ਜਿਹੜਾ ਅਸੀਂ ਅਕਸਰ ਲੋਕ ਕਹਿ ਰਹੇ ਹੁੰਦੇ ਕਿ ਯਾਰ ਲਾਹੌਰੋਂ ਬਾਹਰ ਜਿਹੜਾ ਹੈਗਾ ਮੌਸਮ ਉਹ ਸਹੀ ਹੈ, ਕਿਉਂਕਿ ਲਾਹੌਰ ਦੇ ਅੰਦਰ ਨਾ ਸਾਨੂੰ ਸਭ ਤੋਂ ਜ਼ਿਆਦਾ ਢਾਵੀਆਂ ਪੈਂਦੀਆਂ ਨੇ। ਸਾਨੂੰ ਢਾਵੀ ਜਿਹੜੀ ਹੈ ਨਾ, ਕਿਉਂਕਿ ਉੱਤੇ ਫਿਜ਼ਾ ਦੇ ਵਿੱਚ ਇੱਕ ਪੱਟੀ ਜੀ ਬਣ ਜਾਂਦੀ, ਜਿਹਦੇ ਵਿੱਚ ਕਦੀ ਤੁਸੀਂ ਗੌਰ ਕੀਤਾ ਕਿ ਹਵਾਈ ਜਹਾਜ਼ ਜਾ ਰਿਹਾ ਹੋਵੇ ਤੇ ਇੱਕਦਮ ਜਹਾਜ਼ ਦੀ ਆਕਸੀਜਨ ਘਟਦਾ ਤੇ ਇੱਕਦਮ ਜਹਾਜ਼ ਥੱਲੇ ਨੂੰ ਆਉਂਦਾ ਹੈ, ਤੇ ਉਹ ਉਸ ਵਕਤ ਕੀ ਹੁੰਦਾ ਹੈਗਾ ਕਿ ਉੱਥੇ ਆਕਸੀਜਨ ਘਟ ਜਾਂਦੀ। ਉਹ ਜਦੋਂ ਉਹ ਤੇ ਅਸੀਂ ਉਹਦੇ ਵਿੱਚ ਆਕਸੀਜਨ ਪਈ ਹੁੰਦੀ, ਨਾਲ ਹੀ ਉਹ ਜਹਾਜ਼ ਵਿੱਚੋਂ ਡਿੱਗ ਪੈਂਦਾ ਕਿ ਲਾ ਲਵੋ ਤੁਸੀਂ ਜਾਂ ਇਸ ਤਰ੍ਹਾਂ। ਲੇਕਿਨ ਜਾਨਵਰ ਵਿਚਾਰਾ ਜਿਹੜਾ ਹੈਗਾ ਉਹਨੂੰ ਤੇ ਆਕਸੀਜਨ ਦਾ ਕੋਈ ਅਸੀਂ ਕਿਟ ਨਹੀਂ ਦੇ ਸਕਦੇ। ਉਸ ਸੂਰਤ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੇ ਜਾਨਵਰ ਹੁੰਦੇ ਨੇ ਉਹ ਚਿੱਟੇ ਜਾਂਦੇ ਨੇ। ਉਹ ਜਦੋਂ ਚਿੱਟੇ ਜਾਂਦੇ ਨੇ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਜ਼ਾਇਆ ਹੋਣਾ ਹੁੰਦਾ ਹੈਗਾ, ਯਾਨੀ ਕਿ ਜਿਸ ਵਿਚਾਰੇ ਦਾ ਉਹਦੀ ਹਿੰਮਤ ਹੀ ਨਹੀਂ ਜਵਾਬ ਦਿੰਦੀ, ਕਿਉਂਕਿ ਉਹਦਾ ਜਦੋਂ ਆਕਸੀਜਨ ਨਹੀਂ ਮਿਲੇਗੀ, ਸਾਹ ਨਹੀਂ ਮਿਲੇਗਾ, ਤੇ ਉਹ ਵਿਚਾਰਾ ਜਿੰਨਾ ਮਰਜ਼ੀ ਅਕਲ ਰੱਖਦਾ ਹੋਵੇ, ਜਿੰਨਾ ਮਰਜ਼ੀ ਮਜ਼ਬੂਤੀ ਰੱਖਦਾ ਉਹਦੇ ਵਿੱਚ ਝੜ ਜਾਂਦਾ ਹੈ। ਇਸ ਵਾਸਤੇ ਸਾਨੂੰ ਲਾਹੌਰ ਵਿੱਚ ਉਹ ਕਬੂਤਰ ਚਾਹੀਦਾ ਹੁੰਦਾ ਜਿਹੜਾ ਗਹਿਰਾਈ ਕਰੇ, ਤੇ ਗਹਿਰਾਈ ਦੇ ਵਿੱਚ ਭੇਜਣ ਵਾਸਤੇ ਤੁਹਾਨੂੰ ਤਦਾਦ ਜ਼ਿਆਦਾ ਵਧਾਉਣੀ ਪੈਂਦੀ ਹੈ। ਮੈਂ ਤੁਹਾਨੂੰ ਤਦਾਦ, ਅਕਸਰ ਲੋਕ ਕਹਿੰਦੇ ਨੇ ਯਾਰ ਲਾਹੌਰ ਵਾਲਿਆਂ ਨੇ ਤਦਾਦ ਇੰਨੀ 400 ਉਸਤਾਦ ਰੱਖਦੇ ਨੇ ਕਬੂਤਰ ਉਡਾਉਣ ਵਾਸਤੇ, ਜੋੜੇ ਰੱਖਦੇ ਨੇ, ਕਬੂਤਰ ਛੱਡਦੇ ਨੇ, ਤੇ ਅਸੀਂ ਤੇ ਭਾਈ 10 ਜੋੜੇ ਰੱਖ ਕੇ ਤੇ 20 ਜੋੜੇ ਰੱਖ ਕੇ ਤੇ ਸ਼ੌਕ ਕਰ ਲੈਂਦੇ ਆ। ਤੋ ਐਸੀ ਗੱਲ ਦੀ ਤੇ ਸਾਡੀ ਅਕਸਰ ਤੁਸੀਂ ਵੇਖਿਆ ਨਹੀਂ ਵੱਡੇ ਉਸਤਾਦਾਂ ਦੀ ਗਰੁੱਪਾਂ ਦੀ ਜਿਹੜੀ ਆਪਸ ਵਿੱਚ ਬਹਿਸ ਚੱਲਦੀ ਹੈ ਕਿ ਲਾਹੌਰ ਵਿੱਚ ਆ ਕੇ ਸ਼ੌਕ ਕਰਨ ਕਿਉਂ ਆ ਰਹੇ ਕਿ ਜੀ ਲਾਹੌਰ ਹੀ ਕੋਈ ਕਬੂਤਰਬਾਜ਼ੀ ਕਰਕੇ ਵਹਾਵੇ ਤੇ ਵੇਖਨੇ ਅਸੀਂ ਮੰਨੇ। ਲਾਹੌਰ ਦੀ ਕਬੂਤਰਬਾਜ਼ੀ ਇਸ ਵਾਸਤੇ ਔਖੀ ਕਹੀ ਜਾਂਦੀ ਹੈ। ਬਹੁਤ ਸਸਤੇ ਇਧਰ ਉੱਪਰੋਂ ਕਬੂਤਰ ਆਉਂਦੇ ਨਾ, ਜਦੋਂ ਨੀਚੇ ਆਉਂਦਾ ਸਮੁੰਦਰ, ਇੱਥੇ ਇੰਨੀ ਛੱਤ ਹੈ, ਰੰਗ ਬਿਰੰਗੇ ਛੱਤਾਂ ਵਰਗੇ ਛੱਤਾਂ, ਬਹੁਤ ਛੱਤਾਂ, ਕਬੂਤਰ ਆਇਆ ਹੋਇਆ, ਕਬੂਤਰ ਆਪਣਾ ਘਰ ਭੁੱਲ ਜਾਂਦਾ। ਅੱਛਾ ਸ਼ਾਹ ਸਾਹਿਬ, ਇੱਕ ਹੋਰ ਛੋਟਾ ਜਿਹਾ ਕੁਐਸਚਨ ਸੀ ਕਿ ਜਿਹੜਾ ਪਿਛਲੇ ਦਿਨਾਂ 'ਚ ਬੜਾ ਸੋਸ਼ਲ ਮੀਡੀਆ ਤੇ ਰੌਲਾ ਪਿਆ ਕਿ ਕਰਾਸ ਕਬੂਤਰ, ਜਿਵੇਂ ਨੀਵੀਂ ਵਾਲੇ ਕਰਾਸ ਪਾ, ਜਿਵੇਂ ਅਕਸਰ ਮਿੱਟੂ ਲਾਲੀ ਦੀਆਂ ਬੜੀਆਂ ਵੀਡੀਓਜ਼ ਦੇਖੀਆਂ, ਲੋਕ ਕਹਿੰਦੇ ਨੇ ਫਲਾਣੇ ਕਰਾਸ ਪਾਈ। ਇਹ ਕਰਾਸ ਦਾ ਤੁਹਾਡੇ ਕੀ ਚੱਕਰ ਹੈ? ਕਰਾਸ ਵਿੱਚ ਵੇਖੋ, ਮੈਂ ਤਾਂ ਇੱਕ ਚੀਜ਼ ਜਾਣਦਾ ਹੈਗਾ ਵਾ ਭਾਈ, ਗੱਲ ਹੈਗੀ ਕਿ ਉਹ ਤੇ ਉਸਤਾਦ ਜਿਹੜੇ ਹੈਗੇ ਨੇ, ਕਿਉਂਕਿ ਉਹਨਾਂ ਨੇ ਆਪਣੇ ਇੱਕ ਉਹਨਾਂ ਨੇ ਬਣਾਇਆ ਹੈ ਕਿ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਮੈਂ ਇੱਕ ਚੀਜ਼ ਜਾਣਦਾ ਹੈਗਾ ਵਾ ਕਿ ਜਿਹੜਾ ਬੰਦ ਹੋ ਕੇ ਉੜਦਾ ਹੈਗਾ ਉਹ ਹਾਈ ਫਲਾਇਰ ਹੈ, ਜਿਹੜਾ ਲੋ ਥੱਲੇ ਨਜ਼ਰ ਆ ਕੇ ਉੜਦਾ ਹੈਗਾ ਲੋ ਫਲਾਇਰ ਹੈਗਾ। ਮੈਂ ਤੇ ਇਹ ਇੱਕ ਗ੍ਰੇਡ ਬਣਾਏ ਨੇ, ਯਾਨੀ ਕਿ ਤੁਸੀਂ ਬਣਾਓ ਬਿਹਤਰ ਕਬੂਤਰ ਜਿਹੜਾ ਗਹਿਰਾਈ ਕਰਕੇ ਉੱਡੇ, ਉਹ ਕਿਸੇ ਵੀ ਰੰਗ ਵਿੱਚ ਹੋਵੇ। ਲੇਕਿਨ ਕਿਉਂਕਿ ਉਸਤਾਦਾਂ ਨੇ ਕਿਹਾ ਹੈਗਾ ਨਹੀਂ ਜੀ ਚਿੱਟੀ ਚੁੰਝ, ਪੀਲੀ ਅੱਖ, ਕਾਲੀ ਅੱਖ, ਫਿਰ ਉਹਦੇ ਕਰਾਸ ਹੈਗੇ ਨੇ। ਮੈਂ ਹੁਣ ਰਫੜ ਕਿੱਥੋਂ ਪੈ ਰਿਹਾ, ਲੋਕਾਂ ਨੇ ਕਰਾਸ ਮਾਰ ਕੇ ਕਲਰ ਬਣਾ ਲਏ ਨੇ। ਹੁਣ ਉਹ ਕਲਰ ਜਿਹੜਾ ਹੈਗਾ ਚਿੱਟਾ ਤੇ ਉਹ ਖਤਮ ਕਰਤਾ ਹੈ। ਉੱਥੋਂ ਹੁਣ ਕੀ ਹੁੰਦਾ ਹੈਗਾ ਯਾਰ, ਇਹ ਹੁਣ ਤੁਸੀਂ ਜਿਸ ਤਰ੍ਹਾਂ ਸਿਆਲਕੋਟ ਜਮੀਲ ਭੱਟ ਸਾਹਿਬ ਦਾ ਜਿਹੜਾ ਹੋਇਆ ਵਾਕਿਆ, ਮਤਲਬ ਛੱਤ ਕੱਟੀ ਗਈ ਹੈ ਵਿੱਚੋਂ, ਜਿਸ ਤਰ੍ਹਾਂ ਹੋਇਆ ਤੁਹਾਡੇ ਇਲਮ ਵਿੱਚ ਹੋਏਗਾ, ਉਹ ਕੀ ਹੋਇਆ, ਕਬੂਤਰ ਉਹਨਾਂ ਦੇ ਬੰਦ ਹੋ ਕੇ ਉੱਡੇ ਨੇ, ਥੱਲੇ ਆਏ ਨੇ ਤੇ ਫਿਰ ਉੱਤੇ ਗਏ ਨੇ ਤੇ ਟੋਲੀ ਦੀ ਸ਼ਕਲ ਵਿੱਚ ਉੱਡਦੇ ਰਹੇ ਨੇ, ਜਿਹਦੀ ਵਜ੍ਹਾ ਤੋਂ, ਕਿਉਂਕਿ ਕਾਨੂੰਨ ਹੈਗਾ ਕਿ ਟੋਲੀ ਦੀ ਸ਼ਕਲ ਵਿੱਚ ਇਸ ਤਰ੍ਹਾਂ ਆ ਰਹੇ ਨੇ ਜਾ ਰਹੇ ਨੇ, ਤੇ ਜਿਹੜਾ ਸਾਡੇ ਇਲਮ ਵਿੱਚ ਆਈ ਇਹ ਗੱਲ, ਕਿਉਂਕਿ ਅਸੀਂ ਤਾਂ ਉੱਥੇ ਮੌਜੂਦ ਨਹੀਂ ਸੀ, ਲੇਕਿਨ ਜੋ ਮੀਡੀਆ ਤੋਂ ਤੁਹਾਡੇ ਭਰਾਵਾਂ ਦੀ ਤਵੱਸਤ ਤੋਂ ਜਿਹੜਾ ਇਲਮ ਹੋਇਆ ਹਾਸਿਲ ਹੋਇਆ ਸਾਨੂੰ ਉੱਥੋਂ, ਕਿ ਉਹ ਕੀ ਹੋਇਆ, ਕਿਉਂਕਿ ਟੋਲੀ ਦੀ ਸ਼ਕਲ ਵਿੱਚ ਥੱਲੇ ਆਉਂਦੇ ਸੀ, ਫਿਰ ਚਲੇ ਜਾਂਦੇ, ਫਿਰ ਨਜ਼ਰ ਆਉਂਦੇ ਸੀ, ਫਿਰ ਜਿਸ ਤਰ੍ਹਾਂ ਤੁਹਾਡੇ ਲੋ ਫਲਾਇਰ ਕਰਦੇ ਹੈਗੇ ਨੇ, ਉਹਦੀ ਵਜ੍ਹਾ ਤੋਂ, ਉਸ ਖਸਲਤ ਦੀ ਵਜ੍ਹਾ ਤੋਂ ਕਲਰ ਵਾਈਜ਼ ਨਹੀਂ ਹੋਇਆ। ਹਾਲਾਂਕਿ ਕਿਹਾ ਗਿਆ ਹੈ ਕਿ ਚਿੱਟੀ ਚੁੰਝ, ਚਿੱਟੇ ਪੰਜੇ, ਚਿੱਟਾ ਕਬੂਤਰ ਤੇ ਪੀਲ ਅੱਖਾਂ ਹੋਵੇ ਜਾਂ ਕਾਲੀ ਅੱਖਾਂ ਵਾਲਾ ਹੋਵੇਗਾ ਉਹ ਕੱਟਿਆ ਜਾਏਗਾ। ਲੇਕਿਨ ਉੱਥੇ ਕਬੂਤਰ ਕਲਰਦਾਰ ਨੇ, ਲੇਕਿਨ ਉਹਨਾਂ ਦੀ ਕਿਉਂਕਿ ਖਸਲਤ ਹੈਗੀ ਸੀ ਕਿ ਉਹ ਥੱਲੇ ਉੱਡਦੇ ਪਏ ਸੀ, ਜਿਹੜੀ ਮੈਂ ਤੁਹਾਨੂੰ ਪਹਿਲੇ ਗੱਲ ਕੀਤੀ ਹੈ ਕਿ ਭਾਈ ਮੈਂ ਤੇ ਇਹ ਕਹਿਣਾ ਵਾ ਜਿਹੜਾ ਥੱਲੇ ਉੱਡੇਗਾ ਉਹ ਸਮਝ ਲਓ ਕਿ ਉਹ ਲੋ ਫਲਾਇਰ ਹੈ, ਤੇ ਜਿਹੜਾ ਉਹ ਹਾਈ ਫਲਾਇਰ, ਜਿਹੜਾ ਬੰਦ ਹੋ ਕੇ ਉੱਡੇਗਾ ਤੇ ਉਹ ਹਾਈ ਫਲਾਇਰ ਹੈ। ਤੇ ਹਾਈ ਫਲਾਇਰ ਲਾਹੌਰ ਹੀ ਚੱਲ ਸਕਦਾ, ਲੋ ਫਲਾਇਰ ਜਦੋਂ ਕਰੋਗੇ ਠੰਡੇ ਮੌਸਮਾਂ ਵਿੱਚ ਤੇ ਬੜਾ ਮਜ਼ਾ ਦਿੰਦੇ ਨੇ, ਸ਼ਾਮ ਤੱਕ ਸਾਹਮਣੇ ਖਲੋ ਕੇ ਆ ਜਾ ਕਰਦੇ ਰਹਿੰਦੇ ਨੇ, ਬਹਿ ਨੇ। ਲੇਕਿਨ ਜਦੋਂ ਗਰਮੀ ਪੈਂਦੀ ਨਾ 45, 46 ਜਾਂ 48 ਤੇ ਚਟਿਆ ਥੱਲੇ ਵਾਲਾ ਹੀ ਜਾਂਦਾ, ਉਤਲਾ ਨਹੀਂ ਚਟਿਆ ਜਾਂਦਾ, ਗਹਿਰਾਈ ਵਾਲਾ ਨਹੀਂ ਕੁਛ ਹੁੰਦਾ। ਅੱਛਾ ਸਾਜੇ ਮੁਹਤਰਮ, ਐਸੀ ਜਿਹੜਾ ਨਾ ਸਾਡਾ ਲੋ ਫਲਾਈਂਗ ਸ਼ੌਕ ਹੈ, ਲੇਕਿਨ ਸਾਡੇ ਇਲਾਕੇ ਦੇ ਵਿੱਚ ਵੀ ਨਾ ਹੁਣ ਬੜੀ ਗਰਾਈ ਕਰਦੇ ਨੇ ਕਬੂਤਰ, ਵਾਈਟ ਕਬੂਤਰ ਬਹੁਤ ਗਰਾਈ ਕਰਦੇ ਨੇ, ਸ਼ਾਮ 6 ਵਜੇ ਨਿਕਲਦੇ ਨੇ, ਲੇਕਿਨ ਉਹ ਕੱਟਿਆ ਜਾਂਦਾ ਹੈ। ਇਹ ਹੁਣ ਪਿੱਛੇ ਇੱਕ ਉਹ ਤਾਂ ਕੱਟਿਆ ਜਾਂਦਾ, ਘੰਟੇ ਦਾ ਟਾਈਮ ਹੁੰਦਾ। ਇਹ ਹੁਣ ਮੈਂ ਇੱਕ ਉਸਤਾਦ ਦਾ ਸ਼ੌਕ ਵੇਖ ਰਿਹਾ ਸੀ, ਉਹਦਾ ਮੁਖਾਲਫਾਂ ਦੇ ਦੋ ਹੈਗੇ ਸੀ, ਉਹਦਾ ਕੱਲਾ ਬੱਚਾ ਹੈਗਾ ਸੀ, ਬੜਾ ਅੱਛਾ ਜਾ ਕਰ ਰਿਹਾ ਸੀ। ਉਹਦਾ ਕੀ ਹੋਇਆ ਕਿ ਬੱਚਾ ਗਰਾਈ ਕਰ ਗਿਆ, ਆਖਰੀ ਦਾ ਹੈਗਾ ਸੀ, ਬਾਕੀ ਸਾਰੀਆਂ ਛੱਤਾਂ ਫਾਰਗ ਹੋ ਗਈਆਂ। ਉਹ ਹਾਲਾਂਕਿ ਸ਼ਾਮ ਨੂੰ ਨਿਕਲ ਕੇ ਬਹਿ ਗਿਆ ਤੇ ਲੇਕਿਨ ਕੱਟਿਆ ਗਿਆ, ਕਿਉਂਕਿ ਕਾਨੂੰਨ ਦੇ ਵਿੱਚ ਵੇਖੋ ਜੀ, ਜਿਹੜੇ ਕਵਾਨੀਨ ਹੁੰਦੇ ਨੇ ਨਾ ਉਹਨੂੰ ਫਾਲੋ ਕਰਨਾ, ਉਹਦੇ ਨਾਲ ਇਹ ਆਉਂਦਾ ਕਿ ਖੂਬਸੂਰਤੀ ਬਣਦੀ ਹੈ। ਕਵਾਨੀਨ ਨੂੰ ਤੁਸੀਂ ਫਾਲੋ ਕਰੋਗੇ ਉਹ ਇੱਕ ਖੂਬਸੂਰਤੀ ਬਣਾਉਣਗੇ, ਕਿਉਂਕਿ ਉਹ ਤੁਹਾਡੇ ਵਾਸਤੇ ਇੱਕ ਬਾਉਂਡਰੀ ਕ੍ਰੀਏਟ ਕਰ ਦੇਣਗੇ ਕਿ ਇਸ ਬਾਉਂਡਰੀ ਦੇ ਅੰਦਰ ਤੁਸੀਂ ਇਸ ਕਵਾਨੀਨ ਦੇ ਅੰਦਰ ਜਾਂ ਇਸ ਲਾਅ ਦੇ ਅੰਦਰ ਤੁਸੀਂ ਇਹ ਸ਼ੌਕ ਕਰਨਾ ਹੈ। ਜਦੋਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਪਾਉਣ ਹੋਗੇ, ਉਸ ਭਾਈ ਦੀ ਮੈਨੂੰ ਬੜੀ ਅੱਛੀ ਗੱਲ ਲੱਗੀ, ਉਹਨੇ ਕਿਹਾ ਯਾਰ ਬੱਚਾ ਸਾਡਾ ਬੜਾ ਬਹਾਦਰ ਬੈਠਾ ਹੈ, ਸ਼ਾਮ ਨੂੰ ਬੈਠਾ ਹੈ, ਐਂਡ ਕਰਕੇ ਬੈਠਾ ਹੈ, ਲੇਕਿਨ ਕਿਉਂਕਿ ਸਾਡੇ ਕਵਾਨੀਨ ਦੇ ਮੁਤਾਬਿਕ ਇਹ ਕੱਟਿਆ ਜਾਂਦਾ, ਤੇ ਇਸ ਵਾਸਤੇ ਮੈਂ ਐਕਸੈਪਟ ਕਰਨਾ ਕਿ ਕੱਟਿਆ ਗਿਆ। ਉਹਦੀ ਗੱਲ ਮੈਨੂੰ ਬੜੇ ਦਿਲ ਨੂੰ ਲੱਗੀ ਕਿ ਯਾਰ ਇਹੋ ਜਿਹੇ ਕਬੂਤਰ ਵਾਸਤੇ ਇਹੋ ਜਿਹੇ ਇਨਸਾਨ ਹੋਣੇ ਚਾਹੀਦੇ ਨੇ ਕਿ ਜਿਹੜੇ ਇਸ ਚੀਜ਼ ਨੂੰ ਆਪ ਮੰਨਣ ਕੇ ਯਾਰ ਅਸੀਂ ਕਾਨੂੰਨ ਬਣਾਤਾ ਹੈ, ਮੇਰਾ ਜਾਨਵਰ ਬਹਾਦਰ ਹੈ, ਲੇਕਿਨ ਕਿਉਂਕਿ ਕਾਨੂੰਨ ਬਣ ਗਿਆ, ਇਸ ਕਾਨੂੰਨ ਦੀ ਵਜ੍ਹਾ ਤੋਂ ਮੇਰਾ ਜਿਹੜਾ ਜਾਨਵਰ ਹੈਗਾ ਉਹ ਕੱਟਿਆ ਗਿਆ, ਤੇ ਓਕੇ ਉਹਨੇ ਐਕਸੈਪਟ ਕੀਤਾ ਹੈ। ਤੇ ਮੈਂ ਕਹਿੰਦਾ ਇਹ ਕਬੂਤਰਬਾਜ਼ੀ ਹੁੰਦੀ ਹੈ।
ਮੈਂ ਇਹਨੂੰ ਕਬੂਤਰਬਾਜ਼ੀ ਸਮਝਣਾ ਵਾ। ਇਹ ਨਹੀਂ ਕਿ ਭਾਈ ਤੁਸੀਂ ਨਾਲ ਹੀ ਲੜਨਾ ਸ਼ੁਰੂ ਕਰ ਦਿਓ, ਯਾਰ ਮੇਰਾ ਕਬੂਤਰ ਕਿਉਂ ਕੱਟਿਆ ਗਿਆ, ਯਾਰ ਤੁਸੀਂ ਕਾਨੂੰਨ ਹੀ ਬਣਾਏ ਨੇ, ਉਹਦੇ ਕਾਨੂੰਨ ਹੀ ਅਗਰ ਉਹ ਥੋੜਾ ਜਿਹਾ ਅੱਗੇ ਪਿੱਛੇ ਹੋ ਰਿਹਾ, ਤੁਸੀਂ ਠੀਕ ਹੈ, ਤੁਸੀਂ ਰਾਈਟ ਤੇ ਹੋਵੋਗੇ ਕਿ ਤੁਹਾਡਾ ਕਬੂਤਰ ਉੱਡ ਕੇ ਆਇਆ, ਤੁਹਾਨੂੰ ਪਤਾ ਹੋਏਗਾ ਕਿ ਯਾਰ ਮੇਰਾ ਕਬੂਤਰ ਇਹਦੇ ਵਿੱਚ ਲੋ ਫਲਾਇਰ ਹੈਗਾ ਕਿ ਨਹੀਂ ਹੈਗਾ, ਕਿ ਜਾਂ ਕੱਟਿਆ ਹੈ ਜਾਂ ਜੋ ਵੀ ਹੁੰਦਾ, ਯਾਨੀ ਮੈਂ ਇਸ ਚੀਜ਼ ਨੂੰ ਤੇ ਲੇਕਿਨ ਜਿਹੜੇ ਕਾਨੂੰਨ ਨੂੰ ਜਦੋਂ ਤੁਸੀਂ ਰੱਖਦੇ ਨੇ ਨਾ, ਉਹਦੇ ਵਾਸਤੇ ਨਾ ਤੁਹਾਨੂੰ ਉਹਦੇ ਵਾਸਤੇ ਪਾਬੰਦ ਹੋਣਾ ਚਾਹੀਦਾ ਹੈਗਾ ਕਿ ਯਾਰ ਨਹੀਂ, ਮੇਰਾ ਜਾਨਵਰ ਠੀਕ ਸੀ ਲੇਕਿਨ ਮੈਂ ਕਾਨੂੰਨ ਦੇ ਜਿਹੜਾ ਹੈਗਾ ਸੀ ਉਹਦੇ ਦਾਇਰੇ 'ਚ ਕੱਟਿਆ ਗਿਆ ਵਾਂ, ਤੇ ਇਸ ਵਾਸਤੇ ਮੇਰੀ ਛੱਤ ਨੂੰ ਜਿਹੜਾ ਜਾਂ ਮੇਰੇ ਕਬੂਤਰ ਕੱਟਿਆ ਜਾਂਦਾ ਤੇ ਮੈਂ ਹਾਰਿਆ ਵਾਂ। ਮਾਸ਼ਾਅੱਲਾ। ਅੱਛਾ ਸਾਡੇ ਮੁਹਤਰਮ, ਸਾਡੇ ਤੋਂ ਇੱਕ ਛੋਟਾ ਜਿਹਾ ਸਵਾਲ ਸੀ। ਸਾਡੇ ਹੁਣ ਜਿਹੜੇ ਵੀਵਰ ਦੇਖਣਗੇ, ਤੁਸੀਂ ਕਬੂਤਰ ਨੂੰ, ਹੁਣ ਤੁਹਾਡਾ ਸੀਜ਼ਨ ਸ਼ੁਰੂ ਹੋ ਗਿਆ, ਕਬੂਤਰ ਕੱਢਣੇ ਸ਼ੁਰੂ ਕਰਤੇ ਪਰ ਪਟਾਈ ਤੋਂ ਬਾਅਦ, ਮੈਂ ਤਾਂ ਸੁਣਿਆ ਕਿ ਤੁਸੀਂ ਜਿਹੜੇ ਲੋਅਰ ਹਾਈ ਫਲਾਈਂਗ ਵਾਲੇ ਨਾ, ਪਟਦੇ ਆ ਕਬੂਤਰ ਨਾ, ਅਸੀਂ ਬੱਚੇ ਨੂੰ ਪਟਦੇ, ਤੁਸੀਂ ਪਟਾਈ ਵੀ ਕਰਦੇ ਹੋ ਜਾਂ? ਨਹੀਂ, ਪਟਾਈ ਕਰਨੀ ਸੀ। ਅੱਛਾ ਪਟਾਈ ਕਰਦੇ ਹਾਂ, ਪਟਾਈ ਕਰਨੀ ਸੀ ਬੱਚਿਆਂ ਨੂੰ, ਜੇ ਅਗਰ 3-4 ਪਰ ਤਾਂ ਹੋਵੇ ਉਹ ਨਹੀਂ ਦਿੰਦੇ ਅਸੀਂ ਕਰਦੇ ਪਟਾਈ। ਅੱਛਾ 3-4 ਪਰ ਦੇ ਬੱਚੇ ਨੂੰ 5 ਤੋਂ 6 ਪਰ ਦਾ ਹੋਵੇ ਤਾਂ ਪਟਾਈ ਕਰਨੀ। ਪਟਾਈ ਕਰਦੇ। ਅੱਛਾ ਸਾਜੀ, ਹੁਣ ਫਰਜ਼ ਕੀਤਾ ਤੁਹਾਡੇ ਕਬੂਤਰ ਪਰ ਪਟਾਈ ਹੋ ਗਈ, ਪਰ ਪਟਾਈ ਤੋਂ ਬਾਅਦ ਨਿਕਲਣੇ ਸ਼ੁਰੂ ਹੋ ਗਏ, ਬੜਕਾਂ ਸ਼ੁਰੂ ਹੋ ਗਈਆਂ, ਤੁਸੀਂ ਕਿਸ ਅੰਦਾਜ਼ ਨਾਲ ਉਹਨੂੰ ਮੈਨੇਜ ਕਰਦੇ ਹੋ? ਮੈਂ ਜਦੋਂ ਇਹਨਾਂ ਕਰਨੇ ਕੋਈ ਪਹਿਲੇ 8-10 ਦਿਨ ਪਹਿਲੇ ਸਾਫ਼ ਕਰਨੇ ਕਬੂਤਰਾਂ ਨੂੰ, ਸਾਫ਼ ਕਰਕੇ ਡੇਲੀ ਸਾਫ਼ ਕਰਕੇ ਛੱਡੋ? ਨਹੀਂ, ਇੱਕੋ ਵਾਰੀ ਸਾਫ਼ ਕਰਨਾ। ਸਾਫ਼ ਕਰਕੇ ਸਾਫ਼ ਕਰਨ ਦਾ ਕੀ ਤਰੀਕਾ? ਸਾਫ਼ ਕਰਨ ਦਾ ਕਾਫੀ ਸਿਰਪ ਹੈਗੇ ਵਿੱਚ, ਜਿਵੇਂ ਇਹਨਾਂ ਸਾਰਾ ਸਾਫ਼ ਹੋ ਜਾਂਦਾ, ਕੋਈ ਦੇਸੀ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ। ਬਸ ਸਾਫ਼ ਕਰਨ ਤੋਂ ਮੁਰਾਦ ਤੁਹਾਡੀ ਜਲਾਬ ਦੇਣਾ, ਜਿਵੇਂ ਜਲਾਬ ਦੇਣਾ, ਆਕਸਾਫੈਕਸ ਨਾਲ ਦੇਤਾ ਜਾਂ ਦੇਤਾ ਜੈਂਟਕ, ਕੋਈ 100 ਮਾਮਲਾ ਕੁਝ ਚੀਜ਼ਾਂ ਹੈਗੀਆਂ ਦੇ ਦਿੰਦੇ ਵੇ, ਉਹਦਾ ਸਾਫ਼ ਕਰਦੇ ਬਾਈ ਟਾਂਗ ਕੇ ਕਬੂਤਰ ਜਿਹੜਾ ਉਹ 5-7 ਦਿਨ 10 ਦਿਨ ਬਾਹਰ ਕੱਢਦੇ ਠਾਉਤੇ ਹੁੰਦੇ ਵੇ, ਠੀਕ ਹੈ। ਫਿਰ ਆਸਾ ਥੋੜਾ ਗੇਰਨਾ ਸ਼ੁਰੂ ਕਰਦੇ ਵੇ, ਗੇਰਨ ਤੋਂ ਇਲਾਵਾ ਫਿਰ ਖੋਲੋ ਕਬੂਤਰ ਆਸਾ ਰਨ ਵਿੱਚ ਚੜਾਓ, ਟਾਈਮ ਦੇ ਉਹਨਾਂ ਰਨ ਵਿੱਚ ਚੜਾਓ। ਫਿਰ ਜੋ ਤੁਹਾਡੇ ਕਬੂਤਰ ਰਨ ਵਿੱਚ ਚੜ ਜਾਂਦੇ 5-7 ਦਿਨ 10 ਦਿਨ ਤੁਸੀਂ ਫੁੱਟ ਕਟਾ ਕੇ ਲੈਣ ਦੇ, ਕੋਈ ਡਾਕਟਰ ਤੇ ਲਿਆਓ ਤੇ ਆਪਣੇ ਬੈਲੈਂਸ ਸਿੱਧਾ ਕਰੋ ਤੇ ਲੱਗੇ ਆਓ ਕਬੂਤਰ ਬਈ ਕਰਦੇ ਹੋ ਮਜ਼ੇ ਨਾਲ। ਤੇ ਪਿੱਛੋਂ ਜਿਹੜਾ ਹੈਗਾ ਕਬੂਤਰ ਜਿੰਨਾ ਜ਼ੋਰ ਹੈਗਾ ਨਾ, ਜ਼ੋਰ ਖਤਮ ਕਰੋ, ਬੇਬਾਰੀ ਖੁਰਾਕੇ ਚੜਾਓ, ਖੁਰਾਕੇ ਚਾਰ ਕੇ ਦਿਲ ਸ਼ੁਕਰ ਹੈ ਸੋਹਣੇ ਮਾਲਕ ਅੱਛੇ ਰਿਜ਼ਲਟ ਦਿੰਦਾ ਹੈ। ਮਿਹਨਤ ਹੈ, ਜਿੰਨੀ ਮਿਹਨਤ ਕਰ ਲਿਓ ਉਹਨਾਂ ਅੱਲਾਹ ਤਾਲਾ ਫਲ ਦੇਗਾ। ਅੱਛਾ ਸਾਡੇ ਮੁਹਤਰਮ, ਤੁਹਾਡੇ ਕੋਲ ਕਬੂਤਰਾਂ ਦੀ ਤਦਾਦ ਬਹੁਤ ਜ਼ਿਆਦਾ, ਤੁਸੀਂ ਇੰਨਾ ਬਦਾਮ ਕਿਵੇਂ, ਪੂਰਾ ਬਦਾਮ ਦਿੰਦੇ ਹੋ ਜਾਂ ਕੋਈ ਹੋਰ ਖੁਰਾਕ ਦਿੰਦੇ ਹੋ? ਨਹੀਂ, ਬਦਾਮ ਚੱਲਦਾ, ਬਦਾਮ ਹੀ ਹੈ। ਅੱਛਾ ਜੀ। ਹਾਂ, ਬਦਾਮ ਹੀ ਦੇਣਾ, ਨਾਲ ਕੋਈ ਟਿੱਕੀ ਸ਼ਿੱਕੀ ਰੋਟੀ ਬਣਾਉਂਦੇ ਬਦਾਮ ਦੇ ਵਿੱਚ, ਹੋਰ ਚੀਜ਼ਾਂ ਪੈਂਦੀਆਂ ਉਹਦੇ ਵਿੱਚ, ਉਹ ਚੱਲਦੀਆਂ। ਜ਼ਿਆਦਾ ਖੁਰਾਕ ਦੇ ਬਦਾਮ ਦੇ ਚੱਲਦਾ ਕਬੂਤਰ। ਤੁਹਾਨੂੰ ਦੱਸਿਆ ਜਿਹੜਾ ਉਸਤਾਦ ਥੱਲੇ ਜੋਈਆ ਚੰਗਾ ਹੋਵੇ, ਉਸਤਾਦ ਅੱਛਾ ਹੋਵੇ, ਬਹੁਤ ਅੱਛਾ ਹੋਵੇ ਤੇ ਕਬੂਤਰ ਬਾਈ ਦਾ ਵੀ ਮਜ਼ਾ ਹੈ। ਮਿਹਨਤ ਹੈ, ਜਿੰਨੀ ਤੁਸੀਂ ਮਿਹਨਤ ਕਰ ਲਓ ਅੱਲਾਹ ਤਾਲਾ ਤੁਹਾਨੂੰ ਸਿਲਾ ਦੇਗਾ। ਬਗੈਰ ਕਬੂਤਰ ਦੀ ਤਿਆਰੀ ਦੇਣੀ ਹੈ, ਤਿਆਰੀ ਤੁਸੀਂ ਦਿਓ, ਤਿਆਰੀ ਤਾਂ ਤੁਸੀਂ ਹਲਕਾ ਜਿਹਾ ਵੀ ਸਾਦਾ ਵੀ ਛੇੜ ਕੇ ਡਾਏਗਾ ਕਬੂਤਰ ਤੁਹਾਡਾ ਬਾਜ਼ੀ ਵਾਲੇ ਬਹੁਤ ਅੱਛਾ ਉੱਡੇਗਾ। ਬਗੈਰ ਨੁਕਸੇ ਬਹੁਤ ਜ਼ਿਆਦਾ ਹੈਗੇ ਵੇ, ਉਹ ਇਨਸ਼ਾਅੱਲਾ ਤੁਸੀਂ ਕਰੇਗੋ ਤੇ ਤੁਹਾਨੂੰ ਉਹ ਵੀ 1-2 ਟੇਲਰ ਦੇਾਂਗੇ, ਟੇਲਰ ਦੇ ਵਿੱਚ ਇਨਸ਼ਾਅੱਲਾ ਕੋਈ ਇਸਤੇਮਾਲ ਕਰੇਗਾ ਤਾਂ ਅੱਛਾ ਦਵਾਂਗੇ। ਛੋਟਾ ਜਿਹਾ ਹੈ ਤੇ ਜੇੜ ਦੇ ਲੈਦਾ, ਵਸਾਦ ਦੇ ਲੈਦਾ, ਅਸੂ ਦੇ ਲੈਦਾ ਵੇ, ਉਸ ਹਿਸਾਬ ਨਾਲ ਦਿੱਤੇ ਜਾਂਦੇ ਵੇ। ਉਹਨੇ ਨਹੀਂ ਉਹ ਸਾਰਾ ਕੁਝ ਇੱਕ ਜਮਾਂ ਚੱਲਦਾ, ਇੱਕ ਨਹੀਂ ਚੱਲਦਾ, ਮੌਸਮ ਮੁਖਤਲਿਫ ਹੁੰਦੇ ਵੇ। ਛੋਟਾ ਜਿਹਾ ਟੇਲਰ ਦੇਾਂਗੇ, ਕੋਈ ਇਸਤੇਮਾਲ ਕਰੇਗਾ ਤੇ ਆਪੇ ਕੋਈ ਦੁਆਵਾਂ ਦੇਗਾ, ਯਾਦ ਕਰੇਗਾ। ਅੱਛਾ ਸਾਈ, ਸਾਡੇ ਤੋਂ ਤਦਾਦ ਕਮ ਹੁੰਦੀ ਹੈ, ਤੁਹਾਡੇ ਮਾਸ਼ਾਅੱਲਾ ਇੰਨੀ ਤਦਾਦ ਹੁੰਦੀ ਹੈ। ਫਰਜ਼ ਕੀਤਾ ਕਿ ਤੁਹਾਡਾ ਪਿਛਲੇ ਸੀਜ਼ਨ ਕਬੂਤਰ 2024 ਦੇ ਬੜਾ ਅੱਛਾ ਜੀ ਪ੍ਰੋਗਰੈਸ ਹੈ, ਉਹਦੇ ਬੱਚੇ ਵੀ ਉੱਡਦੇ ਬਹੁਤ ਅੱਛੀ ਪ੍ਰੋਗਰੈਸ, ਲੇਕਿਨ ਹੁਣ ਆ ਕੇ ਨਹੀਂ ਚੱਲ ਰਿਹਾ ਕਿ ਪਿਛਲੇ ਸੀਜ਼ਨਾਂ ਦੇ ਵਿੱਚ ਚੱਲ ਰਿਹਾ, ਹੁਣ ਆ ਕੇ ਨਹੀਂ ਚੱਲ ਰਿਹਾ, ਤੇ ਉਹਨੂੰ ਫਿਰ ਤੁਸੀਂ ਕਿਵੇਂ ਰਵਾ ਕਰਵਾ ਤੇ ਕੀ ਤਰੀਕਾ ਕਾਰ ਤਿਆਰ ਕਰਦੇ ਹੋ? ਰਵਾ ਕਰਨ ਵਾਸਤੇ ਫਿਰ ਉਹ ਹੈਗਾ, ਉਹਨੂੰ ਕੋਈ ਚੀਜ਼ਾਂ ਦੇਣੀਆਂ ਪੈਂਦੀਆਂ, ਕੋਈ ਮਾਮਲਾ 100 ਹੁੰਦੇ ਵੀ ਦੇਖਣਾ ਪੈਂਦਾ ਕਬੂਤਰਾਂ ਵਿੱਚ ਕੀ ਮਸਲੇ ਮਸਾਇਲ ਹੈ। ਫਿਰ ਉਸ ਹਿਸਾਬ ਨਾਲ ਦੇਖ ਕੇ ਦੇਖਿਆ ਕਿ ਇਹ ਕਬੂਤਰ ਕੀ ਕੈਟਾਗਰੀ ਦਾ ਕਰਦਾ ਪਿਆ, ਕਿਉਂ ਇਸ ਤਰ੍ਹਾਂ ਕਰਦਾ ਪਿਆ, ਫਿਰ ਉਸ ਹਿਸਾਬ ਨਾਲ ਚੱਲਣਾ ਪੈਂਦਾ। ਕਈ ਕਬੂਤਰ ਕੋਈ ਇੱਕ ਐਸਾ ਤਰੀਕਾ ਜਿਹੜਾ ਮਕਸਦ ਤੁਹਾਨੂੰ ਸਮਝ ਆਉਂਦੀ ਹੋਵੇ ਕਿ ਜਿਹੜੇ ਈਜ਼ੀਲੀ ਸਾਡੇ ਜਿਹੜੇ ਦੋਸਤ ਵੇਖਣ ਵਾਲੇ ਉਹਨਾਂ ਦਾ ਭਲਾ ਹੋ ਜਾਵੇ, ਤੁਸੀਂ ਆਪਣੇ ਹਿਸਾਬ ਨਾਲ ਕਿ ਤੁਹਾਡਾ ਕਬੂਤਰ ਕਿਸ ਕੰਡੀਸ਼ਨ ਨਾਲ ਬਹਿੰਦਾ ਪਿਆ, ਤੁਹਾਨੂੰ ਕੀ ਕਰਨਾ ਚਾਹੀਦਾ, ਕੋਈ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਆਸਾਨ ਹੋਏਗਾ ਸਾਡੇ ਤੇ ਵੀ। ਨਜ਼ਰ ਦੇ ਵਿੱਚ ਨਾ ਬੇਸਿਕਲੀ ਜਦੋਂ ਤੁਹਾਡਾ ਕਬੂਤਰ ਰੁਕ ਜਾਂਦਾ ਨਾ, ਤੇ ਇਹਦਾ ਮਤਲਬ ਉਹਦੇ ਕੋਈ ਕੋੜ ਆ ਗਈ ਹੈ। ਜੀ ਸਰ। ਹਮੇਸ਼ਾ ਕਬੂਤਰ ਜਦੋਂ ਗਲਤ ਹੁੰਦਾ ਨਾ, ਉਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੋਈ ਕਬੂਤਰ ਦੇ ਨਾਲ ਇਹੋ ਜਿਹਾ ਅਮਲ ਕੀਤਾ ਜਿਹਦੇ ਨਾਲ ਉਹ ਆਪਣੀ ਪ੍ਰਵਾਸ ਤੋੜ ਗਿਆ ਹੈ ਜਾਂ ਕੋੜ ਆ ਗਈ ਹੈ। ਮੈਨੂੰ ਇੱਕ ਦੱਸੋ, ਇੱਕ ਮਤਲਬ ਦੌੜ ਲਾਉਣ ਵਾਲਾ ਬੰਦਾ ਹੈ, ਉਹ ਦੌੜ ਲਾਉਂਦਾ ਹੈਗਾ, ਰੇਸ ਲਾਉਂਦਾ ਹੈਗਾ, ਉਹ ਸਹੀ ਚੱਲ ਰਿਹਾ ਹੁੰਦਾ ਹੈ, ਲੇਕਿਨ ਇੱਕ ਟਾਈਮ ਆਉਂਦਾ ਇੱਕਦਮ ਦੌੜਿਆ ਨਹੀਂ ਜਾਂਦਾ, ਉਹਦੇ ਕੋਲ ਪੈਰ ਹੀ ਨਹੀਂ ਪੁੱਟਿਆ ਜਾਂਦਾ ਜ਼ਮੀਨ ਤੋਂ ਕਿ 2 ਕਦਮ ਹੀ ਚੱਲ ਲਵਾਂ, ਤੇ ਉਹਦਾ ਕੀ ਵਜ੍ਹਾ ਹੈਗਾ? ਯਾਨੀ ਕਿ ਉਹਦੀ ਕੋਈ ਵੀਕਨੈਸ ਹੀ ਹੈ। ਤੁਹਾਨੂੰ ਉਹ ਵੀਕਨੈਸ ਕਬੂਤਰਬਾਜ਼ੀ ਕਰਨ ਵਾਸਤੇ ਸਭ ਤੋਂ ਪਹਿਲੀ ਚੀਜ਼ ਹੈਗੀ ਉਹ ਕਬੂਤਰ ਨੂੰ ਸਮਝਣਾ। ਜਿਸ ਇਨਸਾਨ ਨੂੰ ਕਬੂਤਰ ਨੂੰ ਸਮਝਣਾ ਨਹੀਂ ਆਉਂਦਾ, ਉਹ ਕਬੂਤਰਬਾਜ਼ੀ ਨਹੀਂ ਕਰ ਸਕਦਾ। ਉਹ ਕਬੂਤਰਬਾਜ਼ੀ ਨੂੰ ਉਹ ਸਮਝੇਗਾ ਕਿ ਉਹਦੇ ਵਿੱਚ ਕਮਜ਼ੋਰੀ ਕੀ ਆਈ ਹੈ ਜਾਂ ਕੋੜ ਕੀ ਆਈ ਹੈ, ਉਹਦੇ ਜਿਸਮ ਵਿੱਚ ਕੀ ਚੀਜ਼ ਹੈਗੀ, ਉਹ ਖਾਮੀ ਉਹਦੇ ਹਿਸਾਬ ਨਾਲ ਦੂਰ ਹੋਏਗੀ। ਮੇਨ ਜਿਹੜੀ ਤੁਹਾਡੇ ਜਿੱਥੋਂ ਤੁਸੀਂ ਕੁਐਸਚਨ ਸ਼ੁਰੂ ਕੀਤਾ ਸੀ ਨਾ, ਵੇਖੋ ਹਮੇਸ਼ਾ ਯਾਦ ਰੱਖੋ, ਬਦਾਮ ਕਿਉਂ ਦਿੱਤਾ ਜਾਂਦਾ ਹੈ? ਕਿਉਂਕਿ ਕਬੂਤਰ ਦੇ ਜਿਸਮ ਵਿੱਚ ਚਿਕਨਾਈ ਹੋਵੇ,
ਉਹਦੇ ਕਿਉਂਕਿ ਇੱਕ ਤੇ ਮਿਨਰਲਸ ਹੁੰਦੇ ਨੇ, ਮਿਨਰਲਸ ਵੀ ਤੁਸੀਂ ਪੂਰੇ ਕਰਨੇ ਹੁੰਦੇ ਨੇ, ਲੇਕਿਨ ਨਾਲ ਉਹਦੇ ਜਿਸਮ ਦੇ ਵਿੱਚ ਜਿਹੜੀ ਚਿਕਨਾਈ ਹੁੰਦੀ ਨਾ, ਯਾਨੀ ਕਿ ਉਹਦੇ ਵਿੱਚ ਥਿੰਦਾਪਨ ਜਿਹੜਾ ਅਸੀਂ ਕਹਿੰਦੇ ਹੈਗੇ ਸਾਡੇ ਆਪਣੇ ਇੱਥੇ, ਅਸੀਂ ਕਹਿੰਦੇ ਥਿੰਦਾ, ਕਬੂਤਰ ਥਿੰਦਾ ਹੋਏਗਾ ਤਾਂ ਜ਼ਹਿਰ ਮੋਰਾ ਵੀ ਦਿਓਗੇ ਤਾਂ ਉਹਦੇ ਨਾਲ ਵੀ ਉੱਡ ਜਾਏਗਾ। ਤੁਸੀਂ ਨਹੀਂ ਵੀ ਦਿਓਗੇ, ਕਬੂਤਰ ਕਦੀ ਤੁਹਾਡਾ ਖੁਸ਼ਕ ਨਹੀਂ ਹੋਏਗਾ, ਸੜੇਗਾ ਨਹੀਂ। ਕਬੂਤਰ ਜਦੋਂ ਘਟੇਗਾ, ਜਦੋਂ ਕਰੇਗਾ, ਉਹ ਜਦੋਂ ਸੜ ਜਾਏਗਾ, ਜਾਂ ਕਬੂਤਰ ਤੁਹਾਡੇ ਕੋਲ ਮੈਡੀਸਨ ਕੋਈ ਵਾਜੇ, ਜਾਂ ਅਸੀਂ ਜ਼ਿਆਦਾਤਰ ਅਸਲ ਵਿੱਚ ਤੁਸੀਂ ਵੇਖਿਆ ਅੱਜ ਕੱਲ ਦੇ ਜਿਹੜੇ ਦੋਸਤ ਹੈਗੇ ਨਾ, ਉਹ ਕਬੂਤਰਬਾਜ਼ੀ ਨੂੰ ਪਤਾ ਕਿਸ ਤਰ੍ਹਾਂ ਲੈ ਕੇ ਚੱਲਦੇ ਨੇ, ਉਹ ਸਟੀਰਾਇਡ ਜਿਹੜੀਆਂ ਹੈਗੀਆਂ ਨਾ ਬਹੁਤ ਹੈਵੀ ਡੋਜ਼ ਦੇ ਕੇ ਨਾ ਰੱਖਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਕਬੂਤਰ ਦੀ ਜਿਹੜੀ ਅੰਦਰ ਦੀ ਸਟਰੈਂਥ ਹੁੰਦੀ, ਤੁਸੀਂ ਇੱਕ ਇਨਸਾਨ ਨੂੰ ਜਦੋਂ ਕੋਈ ਇਹ ਮੈਡੀਸਨ ਦਿੰਦੇ ਹੋ ਨਾ, ਤੇ ਉਹਦੇ ਬਾਅਦ ਡਾਕਟਰ ਕਹਿੰਦੇ ਨੇ ਕਿ 40 ਦਿਨ ਤੱਕ ਨਾ ਤੁਸੀਂ ਕੋਈ ਤੁਹਾਡੇ ਤੇ ਦੂਸਰੀਆਂ ਦਵਾਈਆਂ ਫਿਰ ਇਫੈਕਟ ਨਹੀਂ ਕਰਨਗੀਆਂ, ਤੁਸੀਂ ਆਪਣੀ ਬਹੁਤ ਕੇਅਰ ਕਰਨਾ, ਯਾਨੀ ਕਿ ਜਿਹੜੀ ਲਾਈਫ ਸੇਵਿੰਗ ਡਰੱਗਸ ਹੈਗੇ ਨੇ। ਅਸੀਂ ਕੀ ਕਰਨੇ ਆ 5-5 10 ਮੈਂ ਵੇਖਿਆ ਕੋਈ ਵਿੱਚ ਜਿਹੜੀ ਡੈਲਟਾ ਕਾਰਡ ਹੋ ਗਈ, ਡੈਕਸਾ ਹੋ ਗਈ, ਜਾਂ ਦੂਸਰੀ ਹੋਰ ਵੀ ਕਈ ਹੈਗੇ ਨੇ, ਕੋਈ ਟੀਕੇ ਵੀ ਹੈਗੇ ਨੇ, ਉਹ ਭਾਈ 5-5 ਗੋਲੀਆਂ ਵੀ ਠੋਕ ਦਿੰਦੇ ਹੈਗੇ ਨੇ। ਮੈਨੂੰ ਦੱਸੋ ਕਿਹੜੇ ਜਾਨਵਰ ਨੂੰ ਜਦੋਂ ਤੁਸੀਂ ਦਿਓਗੇ ਉਸ ਵਕਤ ਰਿਜ਼ਲਟ ਦੇ ਦੇਗਾ, ਤੁਸੀਂ ਉਹ ਯਾਰ ਮੇਰਾ ਸ਼ਾਮ ਮੁੜਦਾ ਸੀ, ਜਦੋਂ ਦੂਸਰਾ ਤੁਸੀਂ ਉਹਨੂੰ ਸਾਂਭ ਨਹੀਂ ਤੁਹਾਨੂੰ ਆਂਦੀ, ਤੁਸੀਂ ਉਹਨੂੰ ਸਾੜਤਾ, ਉਹਨੂੰ ਕਮਜ਼ੋਰ ਕਰਤਾ, ਤੇ ਉਸ ਸੂਰਤ ਵਿੱਚ ਫਿਰ ਉਹਨਾਂ ਨੂੰ ਉਹਦੀ ਟ੍ਰੀਟਮੈਂਟ, ਉਹਦੇ ਚ ਕੋਡ ਕੱਢਣੀ ਹੋਏਗੀ, ਉਹ ਤੁਹਾਨੂੰ ਉਹਦਾ ਇਲਾਜ ਕਰਨਾ ਪਏਗਾ। ਉਹ ਹਰ ਬਿਮਾਰੀ ਦਾ ਵੱਖਰਾ ਹੈ, ਯਾਨੀ ਕਿ ਕਬੂਤਰ ਨੂੰ ਸਮਝ ਕੇ ਕਰਨਾ ਪਏਗਾ, ਉਹਦਾ ਇਹ ਹੈਗਾ ਮਕਸਦ। ਹੁਣ ਮੈਂ ਸਰ ਜੀ ਤੁਹਾਡੀ ਮਾਸ਼ਾਅੱਲਾ ਮੈਨੂੰ ਗੱਲ ਬੜੀ ਸਾਰੀ ਸਮਝ ਆ ਗਈ। ਅਗਰ ਫਰਜ਼ ਕੀਤਾ ਕਿ ਕਬੂਤਰ ਤੁਹਾਡਾ ਮੂੰਹ ਕੱਟ ਕੇ ਆ ਜਾਂਦਾ, ਕਬੂਤਰ ਅੰਦਰੋਂ ਸੜ ਕੇ ਆ ਜਾਂਦਾ, ਸੁੱਕ ਕੇ ਆ ਜਾਂਦਾ, ਮੋਢੇ ਸੱਟ ਕੇ ਬੈਠ ਜਾਂਦਾ, ਉਹਦੇ ਵਾਸਤੇ ਤੁਸੀਂ ਕੀ ਕਰਦੇ? ਵੇਖੋ ਜੀ, ਮੋਢੇ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਦੇ ਨਾਲ ਵੀ 3 ਚੀਜ਼ਾਂ, ਤੁਸੀਂ ਇਹ ਤਿੰਨੇ ਚੀਜ਼ਾਂ ਵੱਖਰੀਆਂ ਹੀ ਆ ਜੀ। ਇਹ ਤੁਸੀਂ ਮੂੰਹ ਕੱਢ ਕੇ ਜੋ ਕਬੂਤਰ ਪਹਿਨਦਾ ਹੈਗਾ ਨਾ, ਅਸੀਂ ਕਹਿੰਦੇ ਯਾਰ ਇਹਨੇ ਆਪਣੀ ਭੜਕ ਪੂਰੀ ਨਹੀਂ ਕੱਢੀ, ਸਹੀ ਹੋ ਗਿਆ, ਯਾਨੀ ਕਿ ਪੂਰੀ ਪ੍ਰਵਾਜ਼ ਨਹੀਂ ਕਰਕੇ ਆਇਆ। ਉਹਦਾ ਮਤਲਬ ਹੈਗਾ ਕਿ ਉਹ ਆਪਣੇ ਆਪ ਨੂੰ ਨਾ ਕੱਢਦਾ, ਯਾਨੀ ਕਿ ਮੂੰਹ ਖੋਲ ਕੇ ਨਾ ਕੜਕਦਾ ਨਹੀਂ, ਜਿਹਨੂੰ ਕਹਿੰਦੇ ਹੈਗੇ ਕੜਕਦਾ ਹੈਗਾ ਜਿਹੜਾ, ਉਹ ਇਸ ਤਰ੍ਹਾਂ ਨਾ, ਉਹ ਜਿਹੜਾ ਚੀਜ਼ ਹੈਗੀ ਨਾ, ਉਹਨੂੰ ਕਹਿੰਦੇ ਨੇ ਕਿ ਯਾਰ ਇਹ ਪ੍ਰਵਾਜ਼ ਪੂਰੀ ਨਹੀਂ ਕਰਕੇ ਆਇਆ, ਯਾਨੀ ਕਿ ਉਹਨੂੰ ਜਿੰਨਾ ਉੱਡਣਾ ਚਾਹੀਦਾ ਸੀ, ਉਹਨੂੰ ਫਿਰ ਬਿਹਤਰ ਤਰੀਕਾ ਹੁੰਦਾ ਕਿ ਉਹਨੂੰ ਥੋੜਾ ਜਿਹਾ ਸਾਹ ਦਵਾ ਕੇ ਫਿਰ ਉਡਾ ਦਿਓ, ਤਾਂ ਕਿ ਉਹਨੂੰ ਕਰੋ ਜਿਹੜੇ ਸਹੀ ਉਸਤਾਦ, ਵੱਡੇ ਉਸਤਾਦ ਜੀ, ਅੱਛਾ ਜੀ, ਤੁਸੀਂ ਉਹਦੀ ਪ੍ਰਵਾਜ਼ ਪੂਰੀ ਕਰਾਓ, ਤੁਹਾਡਾ ਕਬੂਤਰ ਸੈੱਟ ਹੋ ਜਾਏਗਾ, ਉਹਦਾ ਤਰੀਕਾਕਾਰ ਤੇ ਉਹ ਹੋਏਗਾ। ਦੂਸਰਾ ਹੈਗਾ ਕਿ ਕਬੂਤਰ ਸੜਨ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ। ਕਬੂਤਰ ਸੜਨ ਦਾ ਜਿਹੜਾ ਹੁੰਦਾ ਨਾ, ਜਾਂ ਪਾਣੀ ਪੈਣ ਦਾ, ਉਹ ਦੂਸਰੀਆਂ ਚੀਜ਼ਾਂ ਹੈਗੀਆਂ ਨੇ। ਉਹ ਤੁਸੀਂ ਕਬੂਤਰ ਵੇਖਦੇ ਹੋ ਜਿਹੜਾ ਡਿੱਗ ਪੈਂਦਾ ਹੈਗਾ, ਉੱਡ ਕੇ ਆਇਆ ਤੇ ਉਹਦੇ ਅਗਰ ਕੋਈ ਆਪਣੀ ਔਕਾਤ ਤੋਂ ਜ਼ਿਆਦਾ ਉੱਡ ਆਇਆ ਹੈ, ਉਹਦਾ ਮਤਲਬ ਕੋਈ ਪਾਇਆ ਅਧਪਾ ਦਾ ਹੈਗਾ ਸੀ, ਪਾਇਆ ਦਾ ਨਹੀਂ, ਅਧਪਾ ਦਾ ਜਾਂ ਕਿ ਜਿੰਨਾ ਵੀ ਹੈਗਾ ਸੀ, ਉਹ ਚਟਾਂਗ ਦਾ ਰਹਿ ਜਾਂਦਾ ਹੈ, ਯਾਨੀ ਕਿ ਉਹਦੇ ਪਾਣੀ ਤੇ ਸਾਰਾ ਕੁਝ ਨਮਕੀਆਤ ਖਤਮ ਹੋ ਗਈ। ਫਿਰ ਉਹ ਹਰ ਉਸਤਾਦ ਨੇ ਆਪਣਾ ਤਰੀਕਾਕਾਰ ਕੀਤਾ ਉਹਨੂੰ ਸਾਂਭਣ ਦਾ। ਫਿਰ ਤੁਹਾਡੇ ਜਿਸ ਤਰ੍ਹਾਂ ਤੁਸੀਂ ਇੱਕ ਦਿੰਦੇ ਹੈਗੇ ਹੋ ਆਏ ਕਬੂਤਰ ਨੂੰ ਮੋੜ ਕੀ ਕਹਿੰਦੇ ਹੈਗੇ ਹੋ, ਕਿ ਕੀ ਦਿੰਦੇ, ਮੋੜ ਦਿੰਦੇ ਹੋ ਜਿਹੜਾ ਉੱਡ ਕੇ ਆਂਦਾ ਹੈਗਾ, ਸਮਾਲ ਕਹਿੰਦੇ, ਸਮਾਲ ਕਹਿੰਦੇ, ਸਮਾਲ ਵੀ ਕਹਿੰਦੇ ਨੇ, ਮੋੜ ਵੀ ਕਹਿੰਦੇ ਨੇ। ਨਹੀਂ, ਮੋੜ ਜਿਹੜਾ ਤੁਸੀਂ ਗੋਲੀ ਦਿੰਦੇ ਹੋ ਨਾ, ਕਿਸ ਵਾਸਤੇ ਦਿੰਦੇ ਹੋ? ਮੈਂ ਤੁਹਾਨੂੰ, ਕਿਉਂਕਿ ਮੈਂ ਤੁਹਾਨੂੰ ਇਸ ਵਾਸਤੇ, ਤੁਸੀਂ ਜ਼ਿਆਦਾਤਰ ਅੱਜ ਤੱਕ ਇੰਟਰਵਿਊ ਕੀਤੇ ਹੋਣਗੇ ਲੋ ਫਲਾਇਰ ਵਾਲਿਆਂ ਦੇ, ਜਿਹੜਾ ਮੈਂ ਅੰਡਰਸਟੈਂਡ ਕੀਤਾ ਤੁਹਾਨੂੰ, ਮੈਂ ਤੁਹਾਨੂੰ ਫਸਟ ਟਾਈਮ ਮਿਲ ਰਿਹਾ ਹਾਂ, ਲੇਕਿਨ ਮੈਨੂੰ ਇੱਕ ਜਿਹੜੀ ਚੀਜ਼ ਫੀਲ ਹੋਈ ਹੈ ਉਹ ਇਹ ਹੀ ਹੈ। ਉਹਦਾ ਤਰੀਕਾਕਾਰ ਹੈਗਾ ਕਿ ਤੁਸੀਂ ਕਬੂਤਰ ਜਦੋਂ ਉੱਡ ਕੇ ਆਂਦਾ ਹੈਗਾ, ਤੁਸੀਂ ਕੀ ਕਰਦੇ ਹੋ, ਤੁਸੀਂ ਉਹਨੂੰ ਗੋਲੀ ਦਿੰਦੇ ਹੋ ਜੀ, ਬਿਲਕੁਲ, ਤਾਂ ਕਿ ਉਹਦੇ ਵਿੱਚ ਹਰਾਰਤ ਪੈਦਾ ਹੋਵੇ, ਤੁਸੀਂ ਦਿੰਦੇ ਸਗੋਂ ਉਲਟੀ ਗਰਮ ਗੋਲੀ ਹੁੰਦੀ ਉਹ ਗੁੜ ਦੀ ਦੇ ਨਾਲ, ਉਹਦੇ ਨਾਲ ਜਿਹੜੀ ਚੀਜ਼ਾਂ ਤੁਸੀਂ ਮਿਲਾਉਂਦੇ ਹੈਗੇ, ਤੁਸੀਂ ਕਦੀ ਗੌਰ ਕਰੋ, ਸਾਰੀਆਂ ਗਰਮ ਹੀ ਹੈਗੀਆਂ ਜੀ, ਤੁਸੀਂ ਕੋਈ ਠੰਡੀ ਚੀਜ਼ ਨਹੀਂ ਦਿੰਦੇ, ਤੁਸੀਂ ਉਹਨੂੰ ਕਿਉਂ, ਉਹਨੂੰ ਹੀਟ ਕਰ ਦਿੰਦੇ ਹੋ। ਉਹਦੇ ਨਾਲ ਕੀ ਹੁੰਦਾ, ਕਬੂਤਰ ਜਲਦੀ ਪੈਰਾਂ ਤੇ ਖਲੋ ਜਾਂਦਾ ਹੈ। ਲੇਕਿਨ ਸਾਡਾ ਹਾਇਰ ਫਲਾਇਰ ਜਿਹੜਾ ਹੁੰਦਾ, ਉਹ ਆਪਣਾ ਨਮਕੀਆਤ ਪਾਣੀ ਸਾਰਾ ਕੁਝ ਮੁਕਾ ਕੇ ਆਂਦਾ ਹੈਗਾ। ਹੁਣ ਆ ਗਈਆਂ ਨੇ ਇੰਗਲਿਸ਼ ਮੈਡੀਸਨਾਂ, ਉਹ ਉੱਥੇ ਭਾਈ ਲੋਕੀ ਅਕਸਰ ਉਹ ਦਿੰਦੇ ਹੈਗੇ ਨੇ। ਉਹ ਫਿਰ ਹਰ ਇੱਕ ਉਸਤਾਦ ਨੇ ਆਪਣਾ ਤਰੀਕਾਕਾਰ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਗੋਲੀ ਦਿੰਦੇ ਹੋ, ਇੱਥੇ ਪਾਣੀ ਦਿੰਦੇ ਨੇ। ਸਭ ਤੋਂ ਅੱਛੀ ਚੀਜ਼ ਤੇ ਵੈਸੇ ਸਾਦਾ ਪਾਣੀ ਹੈ, ਤੁਸੀਂ ਉਹਦੇ ਤੇ ਕਬੂਤਰ ਸਾਂਭੋਗੇ, ਤੁਹਾਡਾ ਕਬੂਤਰ ਥੋੜਾ ਟਾਈਮ ਲੱਗੇਗਾ, ਲੇਕਿਨ ਜਦੋਂ ਚੱਲ ਪਏਗਾ ਤੇ ਜਲਦੀ ਰਿਕਵਰ ਹੋ ਜਾਏਗਾ। ਜਦੋਂ ਪਾਣੀ ਖਿੱਚਣਾ ਸ਼ੁਰੂ ਕਰ ਦੇਗਾ ਨਾ, ਤੇ ਸਮਝ ਲਓ ਕਿ ਤੁਹਾਡਾ ਕਬੂਤਰ ਬਿਹਤਰੀਨ ਤਰੀਕੇ ਨਾਲ ਨਾ ਬਿਹਤਰੀ ਵਾਲੇ ਪਾਸੇ ਆ ਗਿਆ। ਉਹਦੇ ਵਿੱਚ ਇਹ ਚੀਜ਼ ਬਹੁਤ ਕਾਊਂਟ ਕਰਦੀ ਹੈ। ਤੁਸੀਂ ਹਮੇਸ਼ਾ ਆਪਣੇ ਕਬੂਤਰ ਨੂੰ ਨਾ ਜਿਹੜਾ ਹੈਗਾ ਕਿ ਉਹਦੇ ਮਿਨਰਲਸ ਪੂਰੇ ਕਰ ਰਹੇ ਹੋਣਗੇ। ਜਿਹੜਾ ਇਸ ਤਰ੍ਹਾਂ ਪਰ ਛੱਡ ਕੇ ਬੈਠਾ, ਯਾਨੀ ਕਿ ਆਪਣਾ ਪ੍ਰਵਾਸ ਵਾਧੂ ਕੱਢ ਆਇਆ, ਅਗਰ ਉਹਦੀ ਔਕਾਤ ਹੈਗੀ ਸੀ 5 ਘੰਟੇ ਦੀ, ਤੁਸੀਂ ਉਹਦੇ ਕੋਲ 8 ਘੰਟੇ ਲੈ ਲਏ ਨੇ, ਉਹ ਚੀਜ਼ ਫਿਰ ਹੋ ਰਹੀ। ਫਿਰ ਤੀਸਰੀ ਚੀਜ਼ ਜਿਹੜੀ ਤੁਸੀਂ ਕਹੀ ਸੀ, ਉਹਦੇ ਵਿੱਚ ਹੈਗਾ ਕਿ ਕਬੂਤਰ ਜਿਹੜਾ ਹੈਗਾ ਨਾ, ਤੁਸੀਂ ਵੇਖੋਗੇ ਉਹਦਾ ਜਿਸਮ ਨੀਲਾ ਪੈ ਗਿਆ ਹੈ, ਜਾਂ ਉਹਦੇ ਵਿੱਚ ਪਾਣੀ ਪੈ ਗਿਆ, ਤੁਸੀਂ ਵੇਖੋਗੇ ਉਹਦੇ ਤੁਹਾਨੂੰ ਨਾ ਪਾਣੀ ਦੇ ਨਾ ਥੋੜੇ ਜਿਹੇ ਲਬਲਬੇ ਜਿਹੇ ਬੁਲਬੁਲੇ ਜਿਹੇ ਨਜ਼ਰ ਆਉਣਗੇ। ਉਹ ਫਿਰ ਉਹ ਦੋ ਚੀਜ਼ਾਂ ਹੈਗੀਆਂ ਨੇ, ਉਹਨਾਂ ਦਾ ਅਲੱਗਾ ਹੈਗਾ। ਯਾਨੀ ਕਿ ਮੈਂ ਤੁਹਾਨੂੰ ਕਿਹਾ ਨਾ ਕਿ ਕਬੂਤਰਬਾਜ਼ੀ ਜਿਹੜਾ ਕਹਿੰਦੇ ਨੇ ਇੱਕ ਸਮੁੰਦਰ ਹੈਗਾ, ਤੁਸੀਂ ਜਿੰਨਾ ਸਿੱਖਦੇ ਰਹੋਗੇ। ਮੈਂ ਹਲੇ, ਮੇਰਾ ਉਸਤਾਦ ਨੇ ਹਲੇ ਮੈਨੂੰ ਉਸਤਾਦ ਨਹੀਂ ਕੀਤਾ, ਉਸਤਾਦ ਮੁੱਲਾ ਨੇ, ਲੇਕਿਨ ਅੱਲਾਹ ਦਾ ਸ਼ੁਕਰ ਹੈ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਅੱਲਾਹ ਦਾ ਸ਼ੁਕਰ ਮੈਂ ਅਦਾ ਕਰਨਾ ਵਾ ਕਿ ਉਹਨਾਂ ਨੇ ਨਾ ਮੇਰੇ ਕੋਲ ਕੋਈ ਚੀਜ਼ ਓਲਾ ਵੀ ਨਹੀਂ ਰੱਖਿਆ। ਮੇਰੀ ਕਬੂਤਰਬਾਜ਼ੀ ਜਿਹੜੀ ਹੈ ਨਾ, ਉਹਨਾਂ ਨੇ ਨਾ ਇੱਕ ਹਿਸਾਬ ਦੀ ਕਾਫੀ ਹੱਦ ਤੱਕ ਜਿਹੜੀ ਬਿਹਤਰ ਕੀਤੀ ਹੈ। ਕੰਪਲੀਟ ਤਾਂ ਮੈਂ ਕਹਿੰਦਾ ਕਿ ਨਹੀਂ ਹੋ ਸਕਦੀ, ਉਹ ਤੁਹਾਨੂੰ ਮੈਂ ਦੱਸ ਦਿੱਤਾ ਨਾ ਕਿ ਹਰ ਚੀਜ਼ ਦੇ 2-4 ਰੀਜ਼ਨਸ ਹੋ ਸਕਦੇ ਨੇ, ਤੇ ਤੁਹਾਡੇ ਸਵਾਲ ਦਾ ਜਿਹੜਾ ਹੈਗਾ ਸੀ ਉਹ ਇਹ ਜਵਾਬ ਹੈਗਾ।
ਅਸੀਂ ਮਾਸ਼ਾਅੱਲਾ ਤੁਸੀਂ ਬਹੁਤ ਅੱਛੀ ਗੱਲ ਕੀਤੀ, ਲੇਕਿਨ ਅਸੀਂ ਇਹ ਚਾਹ ਰਹੇ ਸੀ ਕਿ ਜਿਹੜੇ ਦੋਸਤ ਸਾਡੇ ਵੀਡੀਓ ਵੇਖਣ ਉਹਨਾਂ ਦਾ ਭਲਾ ਹੋਵੇ। ਤੁਸੀਂ ਜਿਹੜਾ ਕੋਈ ਅੱਛਾ ਅਮਲ ਕਰਦੇ ਹੋ, ਮਕਸਦ ਕਿ ਆਪਣਾ ਇੱਕ ਤਾਂ ਸਾਦੇ ਪਾਣੀ ਨਾਲ ਸੰਭਾਲ ਲੈਂਦੇ ਹੋ, ਇੱਕ ਸਾਦੇ ਪਾਣੀ ਤੋਂ ਹਟ ਕੇ ਕੋਈ ਥੋੜਾ ਬਹੁਤ ਅਮਲ ਕਰਦੇ ਹੋ, ਜਿਹੜਾ ਉਹ ਅਗਰ ਤੁਸੀਂ ਸ਼ੇਅਰ ਕਰ ਦਿਓ ਯਾਰ ਬੇਹਤਰੀਨ ਚੀਜ਼ ਜਿਹੜੀ ਹੈ ਨਾ, ਵੇਖੋ ਜੀ ਕਬੂਤਰ ਹਮੇਸ਼ਾ, ਮੈਂ ਤੇ ਮੈਡੀਸਨ ਦੇ ਬਹੁਤ ਜ਼ਿਆਦਾ, ਮੈਂ ਆਪਣੀ ਜ਼ਾਤ ਤੋਂ ਤੇ ਮੈਂ ਬਿਮਾਰ ਹੋਵਾਂ ਨਾ ਤੇ ਮੈਨੂੰ ਯਾਦ ਕੋਈ ਤਕਲੀਫ ਹੋਵੇ, ਮੈਂ ਜ਼ਿਆਦਾਤਰ ਦੇਸੀ ਨਾਲ ਆਪਣਾ ਇਲਾਜ ਕਰਨਾ ਵਾ। ਸਹੀ। ਮੈਂ ਇਸੇ ਤਰ੍ਹਾਂ ਆਪਣੇ ਕਬੂਤਰਾਂ ਨੂੰ ਨਾ ਦੇਸੀ ਤੇ ਰੱਖਣਾ ਵਾ। ਸਭ ਤੋਂ ਬਿਹਤਰੀਨ ਚੀਜ਼ ਹੈਗੀ ਹੈ, ਵੇਖੋ ਜੀ ਸਾਡੇ ਭਾਵੇਂ ਉਹ ਲੋ ਫਲਾਇਰ ਹੈ ਭਾਵੇਂ ਹਾਈ ਫਲਾਇਰ ਹੈ, ਦਹੀਂ ਨਹੀਂ ਹੈਗਾ, ਜੀ ਜੀ ਇਹਦੀ ਪਨੀਰ ਕੱਢ ਲਓ। ਸਹੀ ਹੋ ਗਿਆ। ਤੁਸੀਂ ਉਹਦੇ ਪਨੀਰ ਦਾ ਜਿਹੜਾ ਹੈਗਾ ਨਾ ਗੋਲੀਆਂ ਰੱਖ ਕੇ ਨਾ ਫ੍ਰਿਜ ਤਕਰੀਬਨ ਹਰ ਘਰ ਵਿੱਚ ਹੈਗਾ, ਉਹਨੂੰ ਵੱਟ ਕੇ ਨਾ ਤੁਹਾਡੇ ਘਰ ਵਿੱਚ ਹੋਣੀਆਂ ਚਾਹੀਦੀਆਂ ਨੇ ਜਦੋਂ ਗਰਮੀ ਸ਼ੁਰੂ ਹੁੰਦੀ। ਜਦੋਂ ਕਬੂਤਰ ਤੁਹਾਡਾ ਕੋਈ ਕਮਜ਼ੋਰ ਹੁੰਦਾ ਜਾਂ ਇਸ ਤਰ੍ਹਾਂ ਹੁੰਦਾ, ਤੁਸੀਂ ਉਹਨੂੰ ਐ ਦਿਓ। ਫਿਰ ਇੱਕ ਉਸਤਾਦ ਹੋਣੀ ਬਣਾਉਂਦੇ ਹੁੰਦੇ ਸੀ ਪਹਿਲੇ ਚੁੰਡੀ, ਠੰਡੀ ਜਿਹਨੂੰ ਕਹਿੰਦੇ ਨੇ, ਤੁਸੀਂ ਉਹਦੇ, ਲੇਕਿਨ ਉਹ ਆਏ ਕਬੂਤਰ ਨੂੰ ਨਾ ਦੇ ਦੇਣਾ। ਨਹੀਂ ਉਹ ਥੱਲੇ ਪੈ ਕਬੂਤਰ, ਥੱਲੇ ਪੈ ਕਬੂਤਰ ਦੀ ਪਨੀਰ ਵੀ ਥੱਲੇ ਪੈ ਕਬੂਤਰ। ਉਹ ਤਾਂ ਮਤਲਬ ਹੈਗਾ ਥੱਲੇ ਪੈ ਕਬੂਤਰ ਨੂੰ, ਯਾਨੀ ਕਿ ਤੁਸੀਂ ਉਹਦੇ ਅਸਲੀ ਚ ਨਾ ਜਿਹੜਾ ਤੁਸੀਂ ਕਹਿ ਰਹੇ ਇਹ ਚੀਜ਼ਾਂ ਖਤਮ ਕਰਨ ਵਾਸਤੇ, ਯਾਨੀ ਕਿ ਇਹ ਚੀਜ਼ਾਂ ਜਦੋਂ ਤੁਸੀਂ ਉਹਨਾਂ ਨੂੰ ਰਿਕਵਰ ਕਰੋਗੇ ਇਹ ਚੀਜ਼ਾਂ ਇਸਤੇਮਾਲ ਕਰਨੀਆਂ। ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਕੋੜ ਖਤਮ ਕਰਨ ਵਾਸਤੇ ਤੁਸੀਂ ਅੱਗੇ ਦੱਸੋ, ਤੇ ਸਭ ਤੋਂ ਬਿਹਤਰੀਨ ਚੀਜ਼ ਤੇ ਕੀ, ਦਹੀਂ ਦੀ ਪਨੀਰ ਕੱਢ ਲਓ। ਸਹੀ। ਉਹ ਬਿਹਤਰੀਨ ਹੈ। ਐਵੇਂ ਸਰ ਸਾਡੇ ਨਾਲ ਬਿਲਕੁਲ ਕਬੂਤਰ ਸੁੱਕ ਗਈ ਸੀ ਤੇ ਸਾਡੇ ਨਾਲ ਨਾ ਤੁਹਾਡੇ ਤੋਂ ਹਾਈ ਫਲਾਈਟ ਉਹਨੇ ਮੋਟਰਸਾਈਕਲ ਲੈ ਕੇ ਜਾਣਾ, ਮੋਟਰਸਾਈਕਲ ਦੇ ਆਪ ਪਹੁੰਚੀ ਲਗਾਈ ਤੋ ਸਾਡੀ ਕਬੂਤਰੀ ਮਾਸ਼ਾਅੱਲਾ ਇਹ ਪਤਾ। ਚਲੋ ਮੇਰਾ ਉਹ ਇਹ ਜੇ ਪਨੀਰ ਦਾ ਵਾਕਈ ਜਿਹੜਾ ਨਾ, ਨਹੀਂ ਫਿਰ ਪਨੀਰ ਦੇ ਵਿੱਚ ਨਾ ਫਿਰ 2-3 ਚੀਜ਼ਾਂ ਹੋ ਰਹੀਆਂ ਨੇ, ਉਹ ਫਿਰ ਤੁਸੀਂ ਨਾਲ ਦੇਣੀ ਹੁੰਦੀ ਨੇ, ਉਹ ਵੀ ਦੇਸੀ ਆਂਦੀ ਨੇ, ਉਹ ਹਕੀਮ ਕੋਲੋਂ ਬਣਵਾਉਣੀਆਂ ਪੈਂਦੀਆਂ ਨੇ। ਉਹ ਸਰ ਉਹ ਵੀ ਥੋੜਾ ਜਿਹਾ ਸ਼ੇਅਰ ਕਰ ਦਿਓ। ਨਹੀਂ ਮਕਸਦ ਹੈਗਾ ਕਿ ਹਰ ਇੱਕ ਦਾ ਆਪਣਾ ਆਪਣਾ ਹੈਗਾ, ਇਸ ਵਾਸਤੇ ਉਹ ਇੱਕ ਚੀਜ਼ ਨਹੀਂ ਹੈਗੀ ਨਾ, ਕਈ ਲੋਕਾਂ ਦੇ ਉਸਤਾਦਾਂ ਨੇ ਕਈ ਜਿਹੜਾ ਤੁਸੀਂ ਕਰਦੇ ਹੋ ਅਸੀਂ ਤੁਹਾਡੇ ਮੈਂ ਸਿਰਫ ਜਿਹੜਾ ਹੈਗਾ ਨਾ ਮੈਂ ਸਾਦੇ ਪਨੀਰ ਦੇ ਉੱਤੇ ਹੀ ਕਰ ਲੈਣਾ ਵਾ। ਮੈਂ ਤੇ ਸਾਦਾ ਪਨੀਰ ਜਿਹੜਾ ਹੈਗਾ ਨਾ ਬਹੁਤ ਬਿਹਤਰੀਨ ਚੀਜ਼ ਹੈ, ਉਹਦੇ ਨਾਲ ਨਾ ਉਹਦੀ ਤਲਖੀ ਖਤਮ ਹੋ ਜਾਂਦੀ ਹੈ। ਜੀ ਦੋਸਤੋ ਮਾਸ਼ਾਅੱਲਾ ਇੱਕ ਕਬੂਤਰ ਸਾਡੇ ਹੱਥ ਵਿੱਚ ਆਇਆ ਹੈ। ਸ਼ਾਹ ਸਾਹਿਬ ਤੋਂ ਅਸੀਂ ਛੋਟਾ ਜਿਹਾ ਸਵਾਲ ਕਰਦੇ ਹਾਂ। ਸ਼ਾਹ ਸਾਹਿਬ ਮਾਸ਼ਾਅੱਲਾ ਕਬੂਤਰ ਅਸੀਂ ਤੁਹਾਡਾ ਦੇਖਿਆ ਬਹੁਤ ਅੱਛਾ ਕਬੂਤਰ ਹੈ, ਮਿਆਰੀ ਹੈ, ਕਿਉਂਕਿ ਅਸੀਂ ਇਹ ਨੀਵੀਂ ਵਾਲੇ, ਉੱਚੀ ਵਾਲਿਆਂ ਦਾ ਨੀਵੀਂ ਵਾਲਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੈਗਾ। ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਕਿ ਜਿਹੜੇ ਸਾਡੇ ਦੋਸਤ ਹਾਈ ਫਲਾਈਂਗ ਦੇ ਜਿਹੜੇ ਦੋਸਤ ਵੇਖਣਗੇ, ਤੁਸੀਂ ਆਪਣੇ ਆਦੇ ਸਾਹਮਣੇ ਤੁਸੀਂ ਜੋੜਾ ਕਿਸ ਅੰਦਾਜ਼ ਦਾ ਲਾਉਂਦੇ ਹੋ ਕਬੂਤਰ ਦਾ, ਜਾਂ ਕੀ ਦੇਖਦੇ ਹੋ ਕਬੂਤਰ ਦੇ ਵਿੱਚ ਖਾਸ ਐਸੀ ਚੀਜ਼? ਵੇਖੋ ਜੀ ਮੇਨ ਇੱਕ ਚੀਜ਼ ਮਾਨਤ ਹੁੰਦੀ ਹੈਗੀ ਹੈ ਜਿਹੜੀ, ਮੈਂ ਤਾਂ ਕੋਈ ਕਦੀ ਕਿਸੇ ਕੋ ਆ ਕੇ, ਵੈਸੇ ਵੀ ਓਪਰਾ ਵੀ ਬੰਦਾ ਕੋਈ ਆ ਜਾਂਦਾ ਉਹਨਾਂ ਨੂੰ ਮੈਂ ਦੱਸਣਾ, ਤੇ ਇੱਥੇ ਵੀ ਮੈਂ, ਕਿਉਂਕਿ ਸਾਡੀ ਇੱਕ ਫੈਮਿਲੀ ਹੁੰਦੀ ਕਬੂਤਰਬਾਜ਼ਾਂ ਦੀ, ਤੇ ਕੋਈ ਉਹ ਨਹੀਂ, ਜੋ ਮੇਰੀ ਸੋਚ ਸਮਝ ਹੈਗੀ ਹੈ, ਮੇਰੀ ਸਮਝ ਬੂਝ ਹੈਗੀ, ਉਹਦੇ ਮੁਤਾਬਿਕ ਮੈਂ ਜੋੜਾ ਲਾਉਂਦੇ 2-4 ਚੀਜ਼ਾਂ ਜਿਹੜੀ ਮੇਰੇ ਉਸਤਾਦ ਨੇ ਮੈਨੂੰ ਦੱਸੀਆਂ ਹੋਈਆਂ ਜਾਂ ਮੈਂ ਜੋ ਸਮਝੀਆਂ ਹੋਈਆਂ ਨੇ, ਹੋ ਸਕਦਾ ਉਹਦੇ ਵਿੱਚ ਵੀ ਕੋਈ ਮੇਰੇ ਕੋਲ ਗਲਤੀ ਹੋ ਜਾਵੇ, ਤੇ ਲੇਕਿਨ ਅੱਲਾ ਨਾ ਕਰੇ, ਲੇਕਿਨ ਫਿਰ ਵੀ ਮੈਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਤੁਹਾਨੂੰ ਕਹਿੰਦਾ ਕਿ ਕਬੂਤਰ ਅਸੀਂ ਜੋੜਾ ਲਾਉਂਦੇ ਨਾ, ਸਭ ਤੋਂ ਪਹਿਲੇ, ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸਾਡੇ ਲਾਹੌਰ ਦੀ ਕਬੂਤਰਬਾਜ਼ੀ ਦੇ ਵਿੱਚ ਉਹ ਕਬੂਤਰ ਕਾਮਯਾਬ ਹੈ ਜਿਹੜਾ ਗਿਰਾਈ ਕਰੇਗਾ। ਗਿਰਾਈ ਕਰਨ ਵਾਸਤੇ ਜ਼ਰੂਰੀ ਹੈਗਾ ਕਿ ਜ਼ਿਆਦਾ ਸਾਈਜ਼ ਵੱਡਾ ਨਾ ਹੋਵੇ, ਜ਼ਿਆਦਾ ਚੌੜਾ ਪਰ ਨਾ ਹੋਵੇ। ਚੌੜਾ ਪਰ ਹੋਏਗਾ ਉਹ ਗਿਰਾਈ ਵੀ ਕਰੇਗਾ ਜ਼ਿਆਦਾ, ਉਹ ਥੋੜਾ ਨੀਵਾ ਉੱਡੇਗਾ ਤੇ ਪੋਲਾ ਉੱਡੇਗਾ, ਜਿਹੜਾ ਪੋਲਾ ਉੱਡੇਗਾ ਉਹ ਵੀ ਝਪਿਆ ਜਾਏਗਾ, ਹੁਣ ਤਾਂ ਚੀਲੀ ਝਪ ਕੇ ਲੈ ਜਾਏਗੀ, ਲੱਗਣ ਬਾਹਰ ਤੇ ਬਾਹਰ ਦੀ ਗੱਲ। ਤੇ ਸਾਨੂੰ ਨਾ ਥੋੜਾ ਯਾਰ ਤੇਜ਼ ਕੁੰਦਾ ਚਾਹੀਦਾ ਹੁੰਦਾ ਹੈਗਾ। ਇਹ ਵੇਖੋ ਇਸ ਕੁੰਦੇ, ਇਹਨੂੰ ਕੁੰਦੇ ਨੂੰ ਤੁਸੀਂ ਵੇਖੋ, ਇਹਨਾਂ ਦੀਆਂ ਚੁੰਝਾਂ ਥੋੜੀਆਂ ਨਿਕਲੀਆਂ ਹੋਈਆਂ ਨੇ, ਅੰਗੂਠੇ ਵਰਗੋ ਜਾਂ ਉਂਗਲ ਦੀ ਜਿਹੜੀ ਹੁੰਦੀ ਹੈ ਨਾ ਉਹਦੇ ਵਰਗੋ ਚੌੜਾਈ ਨਹੀਂ ਹੈਗੀ। ਇਹਦੀ ਥੋੜੀ ਜਿਹੀ ਚੱਪੂ ਦੇ ਪ੍ਰਵਾਜ਼ ਦੇਗਾ, ਯਾਨੀ ਕਿ ਇਸ ਤਰ੍ਹਾਂ ਸ਼ਾਮ ਤੱਕ ਉੱਡੇਗਾ। ਠੀਕ ਹੈ, ਇਹ ਗਰਾਈ ਵੀ ਕਰੇਗਾ। ਸਾਈਜ਼ ਵੀ ਇਹਦਾ ਐਡਾ ਜ਼ਿਆਦਾ ਵੱਡਾ ਨਹੀਂ ਹੈਗਾ, ਯਾਨੀ ਕਿ ਇੱਕ ਨਾਰਮਲ ਜਿਹਾ ਸਾਈਜ਼ ਹੈਗਾ। ਵੇਖੋ ਦੁਮ ਦੇ ਨਾਲ ਮੈਂ ਕਰ ਰਿਹਾ ਤੇ ਇਹ ਸਾਈਜ਼ ਹੈਗਾ। ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਇਹ ਵੇਖਨੇ ਹੈਗੇ ਕਿ ਇਹਦੇ ਗੋਸ਼ਤਖੋਰਾ ਤੇ ਨਹੀਂ ਹੈਗਾ। ਗੋਸ਼ਤਖੋਰੇ ਤੋਂ ਕੀ ਮਰਾਦ ਹੈ? ਯਾਨੀ ਕਿ ਕੁੰਦਾ ਜਿਹੜਾ ਹੁੰਦਾ ਨਾ ਇਹਦੇ ਤੇ ਕਿੰਨਾ ਕੁ ਗੋਸ਼ਤ ਹੈਗਾ, ਜਿੰਨਾ ਇਹਦੇ ਤੇ ਗੋਸ਼ਤ ਘੱਟ ਹੋਏਗਾ ਉਹਨਾਂ ਅੱਛਾ ਹੁੰਦਾ। ਬਾਅਦ ਹੁੰਦੇ ਨੇ ਹਾਂਜੀ ਭਾਰੇ ਹੁੰਦੇ ਨੇ, ਹਾਂਜੀ ਬਾਰੇ ਕੁੰਦੇ ਨੇ, ਉਹ ਸਾਡੇ ਹੱਥ ਨਹੀਂ ਕਾਮਯਾਬ, ਉਹ ਟਾਈਮ ਲੈਂਦੇ ਹੈਗੇ ਨੇ। ਫਿਰ ਉਸ ਤੋਂ ਬਾਅਦ ਇਹ ਆ ਜਾਂਦਾ ਹੱਡੀ ਵੀ ਅਸੀਂ ਕੋਸ਼ਿਸ਼ ਕਰਦੇ ਕਿ ਪੂਰੀ ਹੋਵੇ, ਯਾਨੀ ਕਿ ਇਹ ਵੇਖੋ ਇੱਥੋਂ ਹੱਡੀ ਸ਼ੁਰੂ ਹੋ ਰਹੀ ਹੈ, ਇਹ ਹੱਡੀ ਜਾ ਰਹੀ ਹੈ, ਇੱਥੇ ਜਾ ਰਹੀ ਹੈ, ਇਹ ਹਲੇ ਵੀ ਹੱਡੀ ਜਾ ਰਹੀ ਹੈ, ਇਹ ਹੱਡੀ ਮੁੱਕੀ ਹੈ ਇੱਥੇ, ਇਹ ਹੱਡੀ ਮੁੱਕਦੀ ਪਈ ਹੈ, ਤੇ ਇਹ ਨਾਲ ਜੋੜੇ। ਠੀਕ ਹੈ, ਹਾਲਾਂਕਿ ਮਾਦੀ ਜੋੜਿਆਂ ਦੀ ਹੈਗੀ, ਤੇ ਮਕਸਦ ਹੈਗਾ ਕਿ ਫਿਰ ਵੀ ਇਹਦੇ ਕਾਫੀ ਬਿਹਤਰ ਹੈਗੀ, ਬੈਲੈਂਸ ਸੀਗੀ। ਦੁਮ ਵੇਖ ਲਓ ਬੈਲੈਂਸ ਹੈਗੀ ਹੈ, ਯਾਨੀ ਕਿ ਕੋਈ ਇਹਦੀ ਦੁਮ ਦਾ ਜਿਹੜਾ ਹੈਗਾ ਨਾ, ਇਹ ਵੇਖੋ ਨਾ, ਲੋਕੀ ਤੇ ਹੁੰਦਾ ਨਾ ਕਿ ਇਸ ਤਰ੍ਹਾਂ ਫੜ ਕੇ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਸਾਡੇ ਜਿਹੜੇ ਉਸਤਾਦ, ਇਹ ਜਿਹੜੀ ਬਰੀਡ ਹੈਗੀ ਨਾ, ਇਹਦੀ ਬਹੁਤ ਅੱਛਾ ਰਿਜ਼ਲਟ ਹੈਗਾ। ਉਸਤਾਦ ਮੁੱਲਾ ਵਾਲੀ ਬਰੀਡ, ਇਹ ਉਸਤਾਦ ਮੁੱਲਾ ਵਾਲੀ ਬਰੀਡ ਹੈ। ਫਿਰ ਇੱਥੇ ਇਹਨਾਂ ਦੇ ਉਸਤਾਦ ਨੇ ਤੇ ਇਹ ਹੁਣ ਇਹ ਕਬੂਤਰ ਹੈ, ਇਹ ਵੀ ਦਾ ਸ਼ੌਕ ਕਰਵਾਉਣਾ ਸਰ, ਅਸਲੇ 14 ਚੋ ਆ ਰਹੇ ਨੇ ਤੇ ਵਿਸ਼ਾ ਮਾਰਦੇ ਪਏ ਨੇ। ਬਸ ਬੱਚਿਆਂ ਦੇ ਕਬੂਤਰ ਆ ਗਏ ਮਾਸ਼ਾਅੱਲਾ ਸਪੀਡ ਮਾਰੀ
ਇਹ ਵੀ ਜਿਹੜਾ ਹੈਗਾ ਨਾ, ਇਹ ਵੇਖੋ ਜੀ ਜੀ ਠੀਕ ਹੈ, ਪਰ ਤੁਸੀਂ ਤਕਰੀਬਨ ਉਸ ਤਰ੍ਹਾਂ ਵੇਖ ਰਹੇ ਹੋ, ਕੋਈ ਉਹਨਾਂ ਵਿੱਚ ਉਹ ਨਹੀਂ ਹੈਗਾ। ਇਹ ਮੈਂ ਹੱਥ ਇਸ ਤਰ੍ਹਾਂ ਰੱਖਿਆ ਲੋ, ਹਾਲਾਂਕਿ ਇਹ ਤਰੀਕਾ ਹੈਗਾ, ਚਾਰ ਪੰਜ ਪਰ ਇਹ ਸਾਰੇ ਜਿੰਨੇ ਹੈਗੇ ਨੇ ਇੱਕ ਦੂਜੇ ਦੇ ਉੱਤੇ ਹੈਗੇ ਨੇ, ਯਾਨੀ ਕਿ ਅਸੀਂ ਇਹ ਵੇਖਦੇ ਕਿ ਪਰ ਤੇ ਪਰ ਚੜਿਆ ਹੋਣਾ ਚਾਹੀਦਾ, ਦੁਮ ਬੈਲੈਂਸ ਵਿੱਚ ਹੋਵੇ, ਜ਼ਿਆਦਾ ਸਾਈਜ਼ ਵੱਡਾ ਨਾ ਹੋਵੇ, weight ਨਾ ਹੋਵੇ। ਇਹ ਜੋੜਿਆਂ ਚ ਕਬੂਤਰ ਹੈਗੇ ਨੇ, ਕਿਸੇ ਦਾ weight ਤੁਸੀਂ ਵੇਖ ਲਓ ਸਕਦੇ ਹੋ, ਇਹ ਹੱਡੀ ਹੈਗੀ ਇਹਦੀ, ਇਹ ਹੀ ਹੈ ਇੱਥੇ, ਇਹ ਆ ਤੁਹਾਡੇ ਇਹ ਜੋੜ ਦਾ ਵੀ ਕੋਈ ਕਨਸੈਪਟ ਹੈ? ਹਾਂ, ਜੋੜ ਮਜ਼ਬੂਤ ਹੋਣਾ ਲਾਜ਼ਮੀ ਹੈ। ਮਕਸਦ ਹੈ ਕਿ ਸਾਡੇ ਕੁਝ ਨਰਮ ਜੋੜ ਹੁੰਦਾ, ਕਿਸੇ ਚ ਉਂਗਲ ਵੀ ਚਲੀ ਜਾਂਦੀ ਹੈ ਜੋੜ ਦੇ ਵਿੱਚ। ਵੇਖੋ ਜੀ, ਮੈਂ ਤੁਹਾਨੂੰ ਦੱਸਾਂ, ਕੋਈ ਤੇ ਕਹਿੰਦਾ ਹੈਗਾ ਕਿ ਲੂਜ਼ ਜੋੜ ਵਾਲੇ ਵੀ ਉੱਡ ਜਾਂਦੇ ਹੈਗੇ ਨੇ, ਉੱਡਦੇ ਨੇ। ਕਈ ਲੋਕ ਉਸਤਾਦਾਂ ਨੇ ਉਹਦੇ ਮਿਸਾਲਾਂ ਵੀ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਕਬੂਤਰ ਹੋਏ ਨੇ। ਖਾਦ ਮੈਂ ਛੱਡ ਦੇਈ, ਪਿੱਛੋਂ ਹੀ ਜਾਈ, ਤੇ ਉਹਦੇ ਮਿਸਾਲਾਂ ਵੀ ਦਿੱਤੀਆਂ ਹੋਈਆਂ ਨੇ। ਲੇਕਿਨ ਮੇਨ ਚੀਜ਼ ਹੁੰਦੀ ਕਿ ਤੁਸੀਂ ਵੇਖਣਾ ਹੈਗਾ ਕਿ ਮੈਜੋਰਿਟੀ ਜਾਂ ਜ਼ਿਆਦਾ ਤਾਦਾਦ ਕਿਹੜੇ ਦੀ ਜਿਹੜੀ ਜ਼ਿਆਦਾ ਅੱਛਾ ਰਿਜ਼ਲਟ ਦਿੰਦਾ, ਉਹ ਬੰਦ ਜੋੜ ਦੇ ਤੇ ਮਜ਼ਬੂਤ ਜੋੜਾਂ ਦੇ ਹੁੰਦੇ ਨੇ। ਯਾਨੀ ਕਿ ਤੁਸੀਂ ਅਗਰ ਕਹੋ ਨਾ ਕਿ ਲੂਜ਼ ਜੋੜ ਜਿਹੜਾ ਹੈਗਾ ਉਹ ਨਸਲਨ ਅੱਛਾ ਹੋਏਗਾ ਤੇ ਉਹੀ ਉੱਡੇਗਾ, ਜਿਹੜਾ ਦੂਸਰਾ ਹੈਗਾ ਉਹ ਥੋੜਾ ਤੰਗ ਕਰੇਗਾ। ਅੱਛਾ, ਜਿਹੜੇ ਹੁਣ ਸਾਡੇ ਮਤਲਬ ਤੁਸੀਂ ਕਬੂਤਰ ਦਾ ਸ਼ੌਕ ਕਰਵਾਇਆ ਹੈ, ਇਹਨਾਂ ਨੂੰ ਕੀ ਕਹਿੰਦੇ ਹੋ? ਇਹ ਮਕਸਦ ਕਿਹੜੀ ਬਰੀਡ ਹੈ? ਇਹ ਉਸਤਾਦ ਮੁੱਲਾ ਨਦੀਮ ਵਾਲੇ ਤਾਰਾਂ ਵਾਲੇ ਇਲਾਕੇ ਹੈਗੇ ਨੇ, ਜੀ ਲੱਖ ਹੈ ਇਹ ਇਲਾਕੇ ਹੈਗੇ ਨੇ ਉਸਤਾਦ ਮੁੱਲਾ ਨਦੀਮ ਤਾਰਾਂ ਵਾਲੇ। ਮੇਰੇ ਕੋਲ ਬਰੀਡ ਹੀ ਹੋਏਗੀ। ਇਹ ਦੂਜੇ ਮੈਂ ਤੁਹਾਨੂੰ ਜਿਹੜਾ ਹੁਣ ਕਬੂਤਰ ਸ਼ੌਕ ਕਰਾਣਾ, ਇਹ ਵੀ ਉਸਤਾਦ ਮੁੱਲਾ ਤਾਰਾਂ ਵਾਲੇ ਦੇ ਜਿਹੜਾ ਬਰੀਡ ਹੈਗੀ ਉਹਨਾਂ ਵਿੱਚ ਹੋਏਗੇ ਨੇ, ਜਿਹੜੇ ਇਹ ਟੈਡੀ। ਆਹੋ ਸਹੀ, ਮਾਸ਼ਾਅੱਲਾ, ਸਹੀ ਸ਼ੌਕ ਵਾਏ, ਇਹ ਮਾਸ਼ਾਅੱਲਾ ਸਾਮੁੱਲਾ ਲੈ ਗਏ ਮਾਸ਼ਾਅੱਲਾ ਸਹੀ। ਇਹਦੀ ਦੇਖੀ ਅੱਖ ਬੜੀ ਲਾਜਵਾਬ ਹੈ, ਟੈਡੀ ਚ ਹੈਗਾ ਮਾਸ਼ਾਅੱਲਾ। ਇਹ ਦੂਸਰਾ ਹੈਗਾ, ਲੇਕਿਨ ਉਹ ਹੁਣ ਮੈਂ ਵੇਖ ਉਹੀ ਹੈਗਾ, ਨਹੀਂ ਹਰੀ ਕੜੀ ਵਾਲਾ ਨਹੀਂ ਹੈਗਾ, ਇਹ ਗਿਆ ਸੀ ਪਤਾ ਮਾਸ਼ਾਅੱਲਾ। ਇਹਦੇ ਸਿਰ ਤੇ ਵੇਖੋ ਲਾਲ ਥਾਈਮ ਹੈਗਾ ਜੀ। ਇਹ ਲਾਲ ਥੰਮ ਦੀ ਕੀ ਵਜ੍ਹਾ ਹੈ? ਕੁਦਰਤੀ ਹੈ ਜੀ? ਆ ਕੁਦਰਤੀ ਹੈ, ਵੇ ਅਸੀਂ ਕੋ ਰੰਗ ਥੋੜੀ ਲਾਇਆ। ਅੱਲਾ ਨੇ ਨਾ ਜੀ ਦੁਬਾਰਾ ਸਹੀ ਲਾਲ ਅੱਲਾ ਦੀ ਬਣਾਵਟ ਹੈ, ਅੱਲਾ ਨੇ ਬਣਾਇਆ, ਕੁਦਰਤੀ ਹੈ ਜੀ, ਅੱਲਾ ਨੇ, ਮਾਸ਼ਾਅੱਲਾ। ਇਹਨਾਂ ਜਾਣਦੇ ਵੀ ਅੱਲਾ ਨੇ ਮੋੜ ਲਾਈ। ਇਹ ਨਾ ਲਾਕੇ ਵਿੱਚ ਕ੍ਰਾਸ ਪ੍ਰੂਸ ਵਿੱਚ ਨਹੀਂ ਜਾਵੇ ਵੈਸੇ? ਨਹੀਂ, ਇਹ ਵੱਖਰੇ ਹੋਰ ਹੈਗੇ ਨੇ। ਇਹ ਤੇ ਜਿਹੜੇ ਉਸਤਾਦ ਦੇ ਮਾਦੀ ਚੈਂਪੀਅਨ ਨਹੀਂ ਹੋਈ ਸੀ ਹਰੀ ਕੜੀ ਵਾਲੀ, ਤੇ ਦੂਜੇ ਇਹ ਉਹ ਬਰੀਡ ਅਸੀਂ ਬਣਾਈ, ਉਹਨਾਂ ਦੇ ਭੈਣ ਭਰਾ ਉਸੇ ਨਸਲ ਵਿੱਚ ਹੋਏ ਨੇ। ਕੋਲ ਸਾਰੇ ਉਹਨਾਂ ਦੇ ਇਹਨਾਂ ਨੇ ਯੂਜ਼ ਕੀਤਾ ਜੀ, ਉਹਨਾਂ ਦੇ ਬਗੈਰ ਨਹੀਂ ਚੱਲਦੇ ਉਹਨਾਂ ਦੀ ਗੱਲ ਤੋਂ। ਅੱਛਾ ਸਾਡੇ ਮੋਹਤਰਮ, ਹੁਣ ਮਾਸ਼ਾਅੱਲਾ ਕਬੂਤਰ ਦੀ ਪਰਖ ਵੀ ਹੋਗੀ ਦੋਸਤੋ, ਇਨਸ਼ਾਅੱਲਾ ਮਜ਼ੀਦ ਤੁਹਾਡੇ ਵਾਸਤੇ, ਕਿਉਂਕਿ ਐਡੀ ਲੰਬੀ ਲੈਂਥ ਦੀ ਵੀਡੀਓ ਤੁਸੀਂ ਲੋਕ ਵੇਖਦੇ ਵੀ ਘੱਟ ਹੋ, ਇਸ ਵਾਸਤੇ ਕੋਈ ਥੋੜੀ ਟਿਪ ਇਨਸ਼ਾਅੱਲਾ ਨੈਕਸਟ ਵੀਡੀਓ ਜਦੋਂ ਆਵਾਂਗੇ ਅਸੀਂ ਹੋਰ ਅੱਛੇ ਅੰਦਾਜ਼ ਨਾਲ ਜਿਹੜਾ ਹੈ ਤੁਸੀਂ ਕਮੈਂਟਸ ਕਰੋਗੇ, ਅਸੀਂ ਹੋਰ ਅੱਛੇ ਅੰਦਾਜ਼ ਨਾਲ ਉਸ ਕਮੈਂਟਸਾਂ ਦੇ ਹਿਸਾਬ ਨਾਲ ਵੀਡੀਓਜ਼ ਬਣਾਵਾਂਗੇ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਲੋ ਫਲਾਈਂਗ ਦੀ ਵੀਡੀਓਜ਼ ਬਣਾਉਂਦੇ ਆ, ਹਾਈ ਫਲਾਈਂਗ ਦਾ ਸਾਡਾ ਜਿਹੜਾ ਸ਼ੌਕ ਹੀ ਨਹੀਂ। ਜਿਵੇਂ ਜਿਵੇਂ ਹੁਣ ਸਾਨੂੰ ਹਾਈ ਫਲਾਈਂਗ ਵਾਲੇ ਦੋਸਤ ਸਾਨੂੰ ਕਮੈਂਟਸ ਕਰਨਗੇ, ਯਾਰ ਫਲਾਣੇ ਉਸਤਾਦ ਕੋਲ ਜਾਓ, ਮਜ਼ਾ ਆਏਗਾ ਤੇ ਫਿਰ ਉਹ ਸਾਨੂੰ ਉਸ ਅੰਦਾਜ਼ ਨਾਲ ਮਜ਼ਾ ਆਏਗਾ। ਫਿਰ ਤੁਸੀਂ ਸਾਨੂੰ ਸਵਾਲ ਦੱਸਣੇ, ਅਸੀਂ ਜਾ ਕੇ ਉਸਤਾਦਾਂ ਤੋਂ ਕਰਨੇ, ਕਿਉਂਕਿ ਹੁਣ ਸਾਡੇ ਸਵਾਲ ਹੀ ਮਹਦੂਦ ਹੈਗੇ ਨੇ, ਅਸੀਂ ਫਿਰ ਉਹਨਾਂ ਕੀ ਪੁੱਛਣਾ ਜਿੰਨੇ ਕਿ ਸਾਡੇ ਕੀ ਹੈ। ਅੱਛਾ ਸਾਡੇ ਮੁਹਤਰਮ, ਇੱਕ ਅਸੀਂ ਹੁਣ ਜਿਹੜੇ ਸਾਡੇ ਦੋਸਤ ਹਨ ਜਾਂਦੀ ਉਹਨਾਂ ਨੂੰ ਅੱਛੀ ਜਿਹੜਾ ਜਨਾਬ ਉਹਨਾਂ ਨੇ ਕਿਸੇ ਟ੍ਰੇਲਰ ਦਿਆਂਗੇ ਜਾਂ ਕੋਈ ਚੀਜ਼ ਦਿਆਂਗੇ ਜਿਹੜੇ ਦੋਸਤਾਂ ਦੇ ਕੰਮ ਆਏ। ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਕਰਦੇ ਹਾਂ ਕਿ ਫਰਜ਼ ਕੀਤਾ ਕਿ ਇੱਕ ਮੈਂ ਇੰਟਰਵਿਊ ਕੀਤਾ ਸੀ ਸਾਡੇ ਨਾਲ ਨੀਵੀਂ ਵਾਲੇ ਉਸਤਾਦ ਨੇ, ਉਸਤਾਦ ਖਾਲਦ ਮੁਹੰਮਦ, ਉਹਨਾਂ ਨੇ ਇੱਕ ਰੋਟੀ ਸਾਨੂੰ ਦੱਸੀ ਸੀ, ਉਹ ਹਾਈ ਫਲਾਈਂਗ ਦਾ ਵੀ ਬੜਾ ਸ਼ੌਕ, ਉਹ ਕਹਿੰਦੇ ਅਸੀਂ ਰੋਟੀ ਬਣਾਉਣੇ ਦੇਸੀ ਘਿਓ ਦੀ। ਹਾਂਜੀ, ਉਹ ਤੁਸੀਂ ਵੀ ਉਸ ਅੰਦਾਜ਼ ਨਾਲ ਰੋਟੀ ਛੋਟੀ ਅਸੀਂ ਸਾਨੂੰ ਜ਼ਰੂਰਤ ਪਵੇ ਤੇ ਅਸੀਂ ਬਣਾਉਂਦੇ ਆ, ਉਹ ਵੀ ਬਣਾਉਂਦੇ ਆ। ਸਹੀ, ਸਾਨੂੰ ਜ਼ਰੂਰਤ ਪਵੇ ਤੇ ਅਸੀਂ ਬਣਾਉਂਦੇ ਆ, ਤੇ ਨਾ ਜ਼ਰੂਰਤ ਪਵੇ ਤੇ ਖੁਰਾਕ ਤੇ ਚਲਾਉਂਦੇ ਆ। ਖੁਰਾਕ ਤੁਹਾਡੀ ਖੁਰਾਕ ਵਿੱਚ ਤੁਸੀਂ ਕੀ ਇਸਤੇਮਾਲ ਕਰਦੇ ਹੋ? ਸਾਦੀ ਵੀ ਅਸੀਂ ਚਲਾਉਂਦੇ ਆ, ਤੇ ਉਹਦੇ ਵਿੱਚ ਅਸੀਂ ਆਈਡੀਅਲ ਵੀ ਇਸਤੇਮਾਲ ਕਰ ਲੈਂਦੇ ਆ। ਕਿਸੇ ਵੇਲੇ ਅਸੀਂ ਕਬੂਤਰ ਨੂੰ ਗਰਮ ਕਰਨਾ ਹੋਵੇ ਤੇ ਕਾਲੀ ਮਿਰਚ ਤੇ ਵੱਡੀ ਇਲਾਚੀ ਵੀ ਚਲਾ ਲੈਂਦੇ ਆ। ਠੀਕ ਹੈ, ਹਾਂਜੀ। ਕਬੂਤਰ ਦੇ ਜੋ ਲੈਵਲ ਕਬੂਤਰ ਦਾ ਹੋਵੇ, ਜਿਸ ਤਰ੍ਹਾਂ ਮੁਤਾਸਰ ਕਬੂਤਰ ਹੋਵੇ, ਉਸ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ, ਕਬੂਤਰ ਨੂੰ ਸਮਝਣਾ ਪੈਂਦਾ। ਹੁਣ ਇਹ ਨਹੀਂ ਕਬੂਤਰ ਨਹੀਂ ਸਮਝਿਆ ਤੇ ਉਹਨੂੰ ਪਾਈ ਜੋ ਮਰਜ਼ੀ, ਤੇ ਕਬੂਤਰ ਖਰਾਬ ਹੀ ਹੋਣਾ ਤੁਹਾਡਾ। ਅੱਛਾ ਸਹੀ, ਤੁਸੀਂ ਜਿਹੜਾ ਹੈ, ਅਸੀਂ ਵੀ ਜਿਵੇਂ ਅਸੀਂ ਗਰਮ ਕਰਦੇ ਆ, ਵੱਡੀ ਇਲਾਚੀ, ਲੌਂਗ, ਵੱਡੀ ਇਲਾਚੀ ਜਿਹੜੀ ਆਪਣਾ, ਉਸ ਤੋਂ ਬਾਅਦ ਜਿਹੜਾ ਸੌਂਫ, ਇਹਨਾਂ ਚੀਜ਼ਾਂ ਫੂਲ ਕਲਾਂ ਤੇ ਅਗਾ ਪਿਛਾ, ਤੁਸੀਂ ਵੀ ਇਹ ਨਹੀਂ ਅਸੀਂ ਇਹ ਨਹੀਂ ਬਹੁਤ ਅਸੀਂ ਘੱਟ ਕਰਨੇ। ਇਹਦੇ ਕੋਲ ਮੌਸਮ ਦਾ ਨਾਰਮਲ ਹੋਣ ਤੇ ਅਸੂਸੂ ਹੋਵੇ ਤੇ ਫਿਰ ਅਸੀਂ ਕਰ ਲਈਦਾ, ਵਰਨਾ ਨਹੀਂ ਅਸੀਂ ਕਰਦੇ। ਗਰਮੀ ਦੇ ਵਿੱਚ ਨਹੀਂ ਅਸੀਂ ਕਰਦੇ। ਤੁਸੀਂ ਗਰਮੀ ਗਰਮ ਕਰਦੇ ਹੀ ਨਹੀਂ, ਅਸੀਂ ਇੰਨੀ ਜਲਦੀ ਕਿਤੇ ਗਰਮ ਕਿਉਂ? ਗਰਮ ਹੈ ਇਸ ਮੈਡੀਸਨ ਦੇ ਨਾਲ ਹੀ ਗਰਮ ਕਬੂਤਰ ਹੋ ਜਾਂਦਾ, ਕਿਉਂ? ਉਸ ਹਿਸਾਬ ਨਾਲ ਚੱਲਣਾ ਪੈਂਦਾ। ਪਹਿਲੇ ਕਬੂਤਰ ਨੂੰ ਠੰਡਾ ਕਰੋ, ਠੀਕ ਹੈ, ਤਕਰੀਬਨ 11 ਕੁ ਵਜੇ ਕਬੂਤਰ ਨੂੰ ਤੁਸੀਂ ਧਨੀਆ ਹੈਗਾ, ਸਫੈਦ ਜ਼ੀਰਾ, ਤੁਸੀਂ ਇਹ ਨਹੀਂ ਕਰ ਸਕਦੇ। ਦਹੀਂ ਦਾ ਤੁਸੀਂ ਖੱਟਾ ਲੈ ਲਓ, ਸਹੀ, ਦਹੀਂ ਦਾ ਖੱਟਾ 2 ਸੀਸੀ ਲੈ ਕੇ 3 ਸੀਸੀ ਸਾਦਾ ਪਾਣੀ ਦੇ ਦਿਓ, ਸਹੀ, 5 ਸੀਸੀ ਦੇ ਕੇ ਧੁੱਪੇ ਸੁੱਟ ਦਿਓ, ਸਕੂਨਾ ਧੁੱਪ ਸੇਕਣ। ਸ਼ਾਮ ਨੂੰ ਜੋ ਤੁਸੀਂ ਮਾਮਲਾ ਹੈਗਾ, ਤੁਸੀਂ ਜੋ ਮੈਡੀਸਨ ਦੇ ਨਾਲ ਸਾਹਮਣੇ
ਠੀਕ ਹੈ ਉਹਨੂੰ ਤੁਸੀਂ ਮੈਡੀਸਨ ਦੀ ਦਵਾਈ ਲੈਣੀ ਕਹਿੰਦੇ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਛੋਟਾ ਜਿਹਾ ਟੇਲਰ ਦੇ ਦਾਂਗਾ ਤੁਹਾਨੂੰ। ਉਹਦੇ ਵਿੱਚ ਹੈਗਾ ਮਾਡਰਨ ਗੋਲੀ ਲੈ ਲਓ, ਡਾਲਟਾ ਗੋਲੀ ਲੈ ਲਓ, ਠੀਕ ਹੈ ਜੀ। ਇਹ 2 ਗੋਲੀਆਂ ਜ਼ਿਆਦਾ ਨਹੀਂ, ਕੋਈ 5 6 7 ਗੋਲੀਆਂ ਦਾ ਕੰਮ ਨਹੀਂ ਹੈਗਾ। ਸਹੀ। ਇਹ 2 ਗੋਲੀਆਂ ਲੈ ਲਓ, 40 ਸੀਸੀ ਦੁੱਧ ਪਾ ਲਓ, ਮਿਲਕ ਪੈਕ ਡੱਬੇ ਦਾ, ਮਿਲਕ ਪੈਕ ਡੱਬੇ ਦਾ ਜਾਂ ਬੱਕਰੀ ਦਾ ਹੋਏ ਜਾਂ ਮਿਲਕ ਪੈਕ ਦਾ ਹੋਵੇ, 40 ਸੀਸੀ ਦੇ ਵਿੱਚ ਇਹ ਬਣਾਓ। ਇਹ ਬਾਅਦ ਪਹਿਲੇ, ਇਸ ਤੋਂ ਪਹਿਲੇ ਜਿਹੜਾ ਖੋਇਆ ਲਿਆਓ, ਖੋਏ ਦੇ ਵਿੱਚ ਤੁਸੀਂ ਪਾਓ ਕਿ ਯਾਰ ਅੱਛਾ ਖੋਇਆ ਪਹਿਲਾਂ ਕਿੰਨਾ ਕੁ ਲੈ ਕੇ ਆਵਾਂਗੇ? ਖੋਏ ਦੀ ਗੋਲੀ ਤੁਸੀਂ ਐਡੀ ਬਣਾਣੀ ਹੈ, ਤੁਹਾਡੇ 7 ਕਬੂਤਰ ਹੈ, ਉਸ ਹਿਸਾਬ ਨਾਲ ਤੁਸੀਂ ਖੋਇਆ ਨਾ ਪਾ ਲਓ, ਥੋੜਾ ਪਾਣੀ ਪਾਓ। ਪਹਿਲੇ ਗੋਲੀ ਜਿਹੜੀ ਉਹ ਮੈਥਗੋਬਾਲ ਗੋਲੀ ਨੂੰ ਪੀਸ ਲਓ, ਪੀਸ ਕੇ ਗੋਲੀ ਜੀ ਖੋਇਆ ਪਾ ਲਓ, ਖੋਇਆ ਪਾ ਕੇ ਉਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ, ਹੱਲ ਕਰ ਲਓ। ਹੱਲ ਕਰਕੇ ਉਹਨੂੰ ਗੋਲੀਆਂ ਬਣਾਓ। ਗੋਲੀਆਂ ਦੇ ਵਿੱਚ ਇੱਕ ਰੱਖੋ ਤੁਸੀਂ ਜਵਾਰ ਮੋਰੇ ਦੀ ਤੀਲੀ, ਸਹੀ ਗੋਲੀ ਬਣਾਓ। ਉਹਦੀ ਗੋਲੀ ਬਣਾ ਕੇ ਕਬੂਤਰਾਂ ਨੂੰ ਰਾਤ ਨੂੰ ਦਿਓ। 1 ਘੰਟੇ ਬਾਅਦ ਇਹ ਦੇ ਕੇ ਗੋਲੀ, ਘੰਟੇ ਬਾਅਦ ਇਹ ਵਿਦ ਪਾਵਰ ਹੈਗੀ, ਵਿਦ ਪਾਵਰ ਹੈ ਕਬੂਤਰ ਨੂੰ। ਅੱਛਾ ਵਿਦ ਪਾਵਰ, ਹਾਂ ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਵਿਦ ਪਾਵਰ ਹੈ। ਕੋਈ ਪੱਠਿਆ ਪੁੱਠਿਆ ਮਸਲਾ, ਕੋਈ ਐਸਾ ਮਸਲਾ ਇਹਨੇ ਕਲੀਅਰ ਕਰ ਦੇਣਾ। ਤੇ ਕਬੂਤਰਾਂ ਦੀ ਕਮਜ਼ੋਰੀ ਵੀ ਹੈਗੀ ਹੈ, ਉਹ ਵੀ ਕਲੀਅਰ ਕਰ ਦੇ। 1 ਘੰਟੇ ਬਾਅਦ ਡਾਲਟਾ ਤੇ ਮਾਡਰਨ 40 ਸੀਸੀ ਦੁੱਧ ਦੇ ਵਿੱਚ ਹੀ ਬਣਾਓ, ਮਿਲਕ ਪੈਕ ਦੁੱਧ ਵਿੱਚ। ਹਾਂ ਮਿਲਕ ਪੈਕ ਦੇ ਕਬੂਤਰ ਜਿਹੜਾ ਬਹਿੰਦਾ 9-10 ਵਜੇ ਵਾਲਾ 11 ਵਜੇ ਉਹਨੂੰ ਤੁਸੀਂ 3 ਸੀਸੀ ਦੇ ਦਿਓ। ਜਿਹੜਾ ਬਹਿੰਦਾ 2-2.5 ਵਜੇ ਤੋਂ ਬਾਅਦ ਕਬੂਤਰ ਉਹਨੂੰ 1 ਸੀਸੀ ਦੇ ਦਿਓ। ਇਹ ਕਿਸ ਟਾਈਮ ਦੇਣੀ ਹੈ ਜੀ? ਇਹ ਤੁਸੀਂ ਰਾਤ ਨੂੰ 11 ਵਜੇ ਦੇ ਦਿਓ। 10 ਵਜੇ ਉਹ ਗੋਲੀਆਂ ਦੇ ਦਿਓ, ਰਾਤ ਨੂੰ 11 ਵਜੇ ਉਹ ਦੇ ਦਿਓ। ਤੇ ਰਾਤ ਨੂੰ ਦੇਵਣ ਵਾਲਾ? ਹਾਂਜੀ ਰਾਤ ਨੂੰ ਦੇਣਾ। ਭਾਵੇਂ ਤੁਸੀਂ 12 ਵਜੇ ਵੀ ਦੇ ਸਕਦੇ ਹੋ, 11:30 ਵੀ ਦੇ ਸਕਦੇ ਹੋ, 10 ਵਜੇ ਵੀ ਦੇ ਸਕਦੇ ਹੋ, ਜਿਸ ਤਰ੍ਹਾਂ ਤੁਸੀਂ ਸਾਹਮਣਾ ਲਿਆਦਾ ਵੇ। ਸਵੇਰ ਜਾਣ ਲੱਗੇ 2 ਦਰਿਸ਼ਤੇ ਦਾਣੇ, 1 ਛੋਟੀ ਸਬਜ਼ ਇਲਾਚੀ। ਇਹ ਗਰਮੀ ਦਾ, ਇਹ ਵਿਸਾਖ ਦਾ, ਫੁੱਲ ਗਰਮੀ। ਹਾਂ ਵਿਸਾਖ। ਅੱਛਾ ਵਿਸਾਖ ਦਾ। ਹਾਂ 2 ਦਰਿਸ਼ਤੇ ਦਾਣੇ, 1 ਇਲਾਚੀ ਸਬਜ਼ ਦੇ। ਇਹਨੂੰ ਚੰਗੀ ਤਰ੍ਹਾਂ ਖਰਦ ਕਰਕੇ ਇਹ ਚ 90 ਸੀਸੀ ਪਾਣੀ ਪਾਣਾ। 90 ਸੀਸੀ? ਹਾਂ 90 ਸੀਸੀ ਪਾਣੀ ਪਾਣਾ। ਜਦੋਂ ਇਹਨਾਂ ਤੁਸੀਂ ਸਟੈਂਪਾਂ ਲਵਾਣੀ ਹੈ ਉਹਦੇ ਨਾਲ 5-5 ਸੀਸੀ ਦੁੱਧ ਦੇਣਾ, ਪਾਣੀ 5-5 ਸੀਸੀ ਪਾਣੀ ਦੇਣਾ। ਅੱਛਾ ਮਕਸਦ ਜਦੋਂ ਸਟੈਂਪਾਂ ਲਵਾ ਕੇ ਆਪਾਂ ਛੱਡਣ ਲੱਗੇ? ਹਾਂ 5-5 ਸੀਸੀ ਪਾਣੀ ਦੇਣਾ। ਇਹ ਨਹੀਂ ਕਿ ਘੰਟਾ ਪਹਿਲੇ ਦੇ ਦਈਏ ਜਾਂ 15 ਮਿੰਟ ਪਹਿਲੇ ਦੇ ਦਈਏ, ਨਹੀਂ। ਇੱਕ ਵਾਰ ਠੰਡਾ ਇਹ ਜਦੋਂ ਕਬੂਤਰ ਉੱਡਣਗੇ, ਕੁੰਦਾ ਮਾਰਨਗੇ, ਕਬੂਤਰ ਸਮਾਨ ਚੱਲ ਜਾਣਗੇ, ਆਪਣਾ ਕਬੂਤਰ ਫਰੈਸ਼ ਹੋ ਕੇ ਉੱਡਣਗੇ ਤੇ ਤੁਹਾਨੂੰ ਲੁਤਫ ਦੇਣਗੇ, ਪੂਰਾ ਮਜ਼ਾ ਦੇਣਗੇ। ਉਹ ਜਿਹੜੇ ਕਬੂਤਰ 10 ਵਜੇ ਬੈਂਦੇ ਉਹ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ 2-3 ਘੰਟੇ ਵਧਾਏਗਾ, ਜ਼ਿਆਦਾ ਵੀ ਵਧਾ ਸਕਦਾ। ਸਹੀ ਅੱਛਾ ਕਬੂਤਰ ਤੁਹਾਡਾ ਬਣਿਆ ਹੋਏਗਾ, ਉਹ ਵਧਾਏਗਾ ਇਨਸ਼ਾਅੱਲਾ ਦਾ। ਇਹ ਛੋਟਾ ਜਿਹਾ ਤੁਹਾਨੂੰ ਟੇਲਰ ਹੈ, ਅੱਗੋਂ ਮਜ਼ੀਦ ਹੋਏਗਾ ਹਫ਼ਤਾ ਤੇ ਇਨਸ਼ਾਅੱਲਾ ਤੁਹਾਨੂੰ ਹੋਰ ਅੱਛੀਆਂ ਚੀਜ਼ਾਂ ਦੇਵਾਂਗੇ। ਇਹ ਇੱਕ ਛੋਟਾ ਆਮ ਬੰਦਿਆਂ ਵਾਸਤੇ ਦਿੱਤਾ, ਜਿਹੜਾ ਮਕਸਦ ਜਿਹੜੇ ਸਾਡੇ ਨਵੇਂ ਸ਼ੌਕੀਨ, ਹਾਂ ਨਵੇਂ ਸ਼ੌਕੀਨ ਤੇ ਪੁਰਾਣੇ ਵੀ ਕਰਦੇ ਹੀ ਹੋਣਗੇ। ਸਹੀ ਹਰ ਬੰਦਾ ਕਰਦਾ। ਦੇਸੀ ਦੇ ਮੈਡੀਸਨ ਲਾ ਦੋ, ਕਿਉਂ ਮੈਡੀਸਨ ਦੇ ਨਾਲ ਹੀ ਜ਼ਿਆਦਾ ਫਿਰਤ ਨਿਕਲਦੀ ਹੈ। ਸਹੀ ਮੈਡੀਸਨ ਦੇ ਨਾਲ ਹੀ ਜ਼ਿਆਦਾ ਕਬੂਤਰ ਲੰਮੇ ਉੱਡਦੇ ਵੇ। ਸਹੀ ਅਸੀਂ ਦੇਸੀ ਦੇ ਮੈਡੀਸਨ ਲਾਜ਼ਮਨ ਇਸਤੇਮਾਲ ਕਰਦੇ। ਅਸੀਂ ਨਹੀਂ ਵੱਡੀਆਂ ਲਾਚੀਆਂ ਪਾਓ, ਲੌਂਗ ਪਾਓ ਤੇ ਜਾਪਤਰੀ ਪਾਓ, ਇਹ ਪਾਓ, ਅਸੀਂ ਉਹ ਨਹੀਂ ਕੰਮ ਕਰਦੇ। ਉਹਦੇ ਨਾਲ ਕਬੂਤਰ ਸੜ ਜਾਂਦਾ। ਸਹੀ ਉਹ ਕਬੂਤਰ ਇੱਕ ਵਾਰ ਜ਼ੋਰ ਮਾਰਦਾ ਉੱਡਦਾ, ਅੱਗੋਂ ਥੱਲੇ ਕੋਈ ਅੱਛਾ ਮੋਹਤ ਹੋਵੇ, ਅੱਛਾ ਕਾਰੀਗਰ ਹੋਵੇਗਾ, ਉਹ ਹੀ ਉਹਨੂੰ ਚਲਾਏਗਾ। ਆਮ ਬੰਦੇ ਵਾਸਤੇ ਨਹੀਂ ਚੱਲੇਗਾ, ਆਪ ਬੰਦਾ ਡੈਡ ਹੋ ਜਾਏਗਾ। ਇਹ ਗੱਲ ਦੇ ਬਾਤ ਹੈ। ਪਰ ਲਿਆਦਾ ਤੁਸੀਂ ਚਲੋ ਇਸਤੇਮਾਲ ਕੋਈ ਕਰੇਗੀ ਵਾਮ ਤੇ ਇਨਸ਼ਾਅੱਲਾ ਨੂੰ ਮਜ਼ਾ ਆਏਗਾ। ਇਹਦੇ ਨਾਲ ਕਬੂਤਰ ਜ਼ਾਇਆ ਨਹੀਂ ਹੋਏਗਾ। ਇੱਕ ਹੁੰਦਾ ਬੰਦਾ ਕਹਿੰਦਾ ਯਾਰ ਮੇਰਾ ਕਬੂਤਰ ਜ਼ਾਇਆ, ਇਹਦੇ ਨਾਲ ਜ਼ਾਇਆ 100% ਨਹੀਂ ਹੋਏਗਾ। ਦੇਖੋ ਸਾਡਾ ਅੱਛਾ ਸਾਦੇ ਮੋਹਤਰਮ ਹੁਣ ਜਿਹੜੇ ਲੋਕ ਸਾਡੀ ਵੀਡੀਓ ਦੇਖਣਗੇ, ਮੈਂ ਵੀਡੀਓ ਬਣਾਉਣਾ ਕਰ ਭਲਾ ਹੋ ਭਲੇ ਤੇ ਠੀਕ ਹੈ। ਅਗਰ ਫਰਜ਼ ਕੀਤਾ ਕੋਈ ਦੋਸਤ ਤੁਹਾਡੀ ਗੱਲਾਂ ਅੱਛੀਆਂ ਲੱਗਦੀਆਂ, ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦਾ, ਕਿਆ ਕਿ ਅੱਲਾ ਦੀ ਰਜ਼ਾ ਵਾਸਤੇ ਤੁਸੀਂ ਉਹਨੂੰ ਗਾਈਡ ਕਰੋਗੇ? ਹਾਂ ਇਨਸ਼ਾਅੱਲਾ ਮੈਂ ਕਰਨਾ। ਮੇਰੇ ਨਹੀਂ ਵੀ ਜੇ ਸ਼ਾਗਿਰਦ ਹੈ ਉਹਨਾਂ ਨੂੰ ਵੀ ਕਰਨਾ। ਅੱਛਾ ਮੈਂ ਇਲਮ ਸਾਰਿਆਂ ਨੂੰ ਦਿੰਦਾ। ਫਿਰ ਸਰ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ ਤਾਂ ਕਿ ਉਹ ਨੰਬਰ ਸ਼ੇਅਰ ਕਰੋ ਜਿੰਦੇ ਤੁਹਾਡੇ ਨਾਲ ਰਾਬਤਾ ਹੋ ਸਕੇ, ਜਿਹੜੇ ਦੋਸਤ ਤੁਹਾਨੂੰ ਵੇਖਣ ਤੁਹਾਡੇ ਨੰਬਰ ਤੇ ਤੁਹਾਡੇ ਨਾਲ ਰਾਬਤਾ ਕਰ ਸਕਣ। 0323 ਹੈ ਮੇਰਾ ਨੰਬਰ, 895550 0323 89555520 ਉਸਤਾਦ ਨੰਨੇ ਦਾ ਨੰਬਰ ਹੈ। ਜਿਹੜੇ ਦੋਸਤ ਨਵੇਂ ਸ਼ੌਕੀਨ ਹਨ, ਉਸਤਾਦ ਉਹਨਾਂ ਨਾਲ ਰਾਬਤਾ ਕਰਕੇ WhatsApp ਵੀ ਚੱਲਦਾ ਹੈ? ਹਾਂਜੀ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ। ਜਿਹੜੇ ਬਾਹਰ ਦੇ ਨੇ, ਜਿਹੜੇ WhatsApp ਤੇ ਰਾਬਤਾ ਕਰਕੇ ਉਸਤਾਦ ਉਹਨਾਂ ਤੋਂ ਮਜ਼ੀਦ ਟਿਪਸ ਇਨਸ਼ਾਅੱਲਾ ਫੀ ਸਬੀਲਿਲ੍ਲਾਹ ਇਨਸ਼ਾਅੱਲਾ ਤੁਹਾਨੂੰ ਦੇਣਗੇ। ਤੇ ਸਾਨੂੰ ਦੁਆਵਾਂ ਯਾਦ ਰੱਖੋ। ਹੱਸਦੇ ਰਹੋ, ਵਸਦੇ ਰਹੋ। ਵਸਲਾਮ। ਮੇਰੇ ਜਿਹੜੇ ਨਹੀਂ ਵੀ ਸ਼ਾਗਿਰਦ ਹੈਗੇ, ਮੈਂ ਉਹਨਾਂ ਨੂੰ ਵੀ ਪੂਰਾ ਗਾਈਡ ਕਰਨਾ ਵਾ। ਅੱਛਾ ਬਹੁਤ ਜ਼ਿਆਦਾ ਮੈਂ ਕਰਨਾ, ਮੈਂ ਇਲਮ ਨਹੀਂ ਰੱਖਦਾ, ਮੈਂ ਸਭ ਨੂੰ ਦਿੰਦਾ। ਇਸ ਜਿਹੜਾ ਮੌਸਮ ਹੋਏ ਮੌਸਮ ਨਾਲ ਨੁਕਸੇ ਦਿੰਦਾ ਵਾ। ਡਾਂਦੇ ਵੇ ਅੱਲਾ ਦਾ ਸ਼ੁਕਰ, ਅੱਲਾਹ ਤਾਲਾ ਬੜੀ ਇੱਜ਼ਤ ਦਿੰਦਾ ਵੇ ਸਾਨੂੰ। ਇਹਨੇ ਕੋਈ ਕਹਿ ਦਵੇ ਸਾਜ ਅਸੀਂ ਸਾਡੇ ਕਬੂਤਰ ਇਹਨੇ ਵੀ ਬੈਠੇ, ਅਸੀਂ ਜਿੱਤ ਗਏ ਆ ਜਾਂ ਇਹਨੇ ਵੀ ਬੈਠੇ, ਅਸੀਂ ਇਹਨੇ ਵੀ ਖੁਸ਼ ਹੋ ਜਾਂਦੇ। ਚਲੋ ਯਾਰ ਤੁਹਾਨੂੰ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਆ, ਕੋਈ ਗੱਲ ਨਹੀਂ, ਤੁਹਾਡੀ ਵੀ ਨਾ ਸਾਨੂੰ ਵੀ। ਅਸੀਂ ਕਦੀ ਨਹੀਂ ਫਰਕ ਰੱਖਿਆ ਤੇ ਯਾਰ ਇਹ ਸਾਡਾ ਸ਼ਾਗਿਰਦ ਨਹੀਂ ਹੈਗਾ, ਇਹਨੂੰ ਨਹੀਂ ਦੇਣਾ, ਨਹੀਂ।
ਕਈ ਬੰਦੇ ਐਸੇ ਆਏ ਵੇ ਯਕੀਨ ਕਰੋ ਜਿਹੜੇ 5-5 6-6 ਸਾਲ ਹੋ ਗਏ ਉਸਤਾਦਾਂ ਦੇ ਪਾਣੀ ਭਰ ਕੇ ਖੀਰੋ ਰੋ ਹੀ ਪੇਵੇ ਮੇਰੇ ਤੋਂ ਐਡੇ ਉੱਚੇ ਕੱਦਾਂ ਦੇ ਆਏ ਵੇ ਤੇ ਰੋ ਪੇ ਆਣਗੇ ਬਹਿ ਗਏ ਤੇ ਯਕੀਨ ਕਰੋ ਮੈਂ ਉਹਨਾਂ ਨੂੰ ਨੁਕਸੇ ਦਿੱਤੇ ਵੇ ਤੋ ਹਾਲੀ ਤੱਕ 4-4 5-5 ਸਾਲ ਹੋ ਗਏ ਯਾਦ ਕਰਦੇ ਕੋਈ ਮਸਲਾ ਕਬੂਤਰਾਂ ਹੁੰਦਾ ਉਸੇ ਫੋਨ ਕਰਦੇ ਸਾਜੀ ਆ ਮਸਲਾ ਕੀ ਹੱਲ ਹੋਣਾ ਚਾਹੀਦਾ ਉਹਨਾਂ ਨੂੰ ਦੱਸੀ ਦਾ ਯਾਰ ਐ ਨਹੀਂ ਕਿਹਾ ਯਾਰ ਸਾਡੇ ਕੋਲ ਆਓ ਇਹ ਕਰਕੇ ਆਓ ਫਲਾਣ ਕੋ ਨਹੀਂ ਉੱਥੇ ਬੈਠੇ ਫੋਨ ਕਰੋ ਰੰਦੇ ਫੀ ਸਬੀਲਿਲlah ਕੋਈ ਡਿਮਾਂਡ ਨਹੀਂ ਆਪ ਚੱਲ ਜੀ ਆਪ ਜਾ ਕੇ ਇਹਨਾਂ ਪਿੰਡਾਂ ਦੇ ਵਿੱਚ ਬਾਰਡਰ ਦੇ ਕੋਲ ਜਾ ਕੇ ਮੈਂ ਆਪ ਜਾਂਦਾ ਇਹ ਹੁਣ ਮੇਰੇ ਦੋਸਤਾਂ ਨੇ ਸੋ ਮੈਨੂੰ ਮਨਾ ਕੀਤਾ ਤੇ ਤੂੰ ਸਾਕੀ ਮੋ ਚੁੱਕ ਕੇ ਤੁਰ ਪੈਂਦਾ ਐਡੀ ਦੂਰ ਜਾ ਕੇ ਪੈਸੇ ਸਾਰੀ ਦਿਹਾੜੀ ਲਾ ਦਿੰਦਾ ਹੁਣ ਮੈਂ ਟੈਲੀਫੋਨ ਤੇ ਦੱਸਦਾ ਸਾਰਾ ਜੀ ਦੋਸਤੋ